ਤਾਂ ਸ਼ੁਰੂ ਕਰਨ ਵੇਲੇ ਵੀ ਦਾਸ ਦੇ ਇਹੀ ਚਿੱਤ ਵਿਚਾਰ ਸੀਗਾ ਕਿ ਸ਼ੁਰੂ ਤੋਂ ਕਰਨੀ ਹੈ, ਪਰ ਇਸ ਵਾਸਤੇ ਕਰਨੀ ਹੈ ਗਰੀਬੀ ਪੋਥੀ, ਤਾਂ ਕਿ ਦਾਸ ਦੀ ਪੋਥੀ ਜਿਹੜੀ ਹੈ ਉਹ ਸੁਣਦਾ ਰਵਾਂ, ਪੋਥੀ ਸੁਣਨ ਤੋਂ ਦੂਰ ਨਾ ਹੋ ਜਾਵਾਂ। ਕਿਉਂਕਿ ਜਦੋਂ ਆਪਾਂ ਹੱਥ ਸੁਣਨ ਤੋਂ ਦੂਰ ਹੋ ਜਾਂਦੇ ਹਾਂ ਬਾਣੀ ਦੇ, ਤਾਂ ਫਿਰ ਉਹ ਮਨ ਦੇ ਵਿੱਚ ਮੈਲ ਭਰਨ ਲੱਗ ਜਾਂਦੀ ਹੈ, ਜਾਂ ਤੋਂ ਨਿਤਨੇਮ ਜਾਂ ਆਪਾਂ ਬਾਣੀ ਪੜ੍ਹਨ ਛੱਡ ਦਿੰਦੇ ਹਾਂ, ਕਥਾ ਸੁਣਨੀ ਛੱਡ ਦਿੰਦੇ ਹਾਂ, ਤਾਂ ਫਿਰ ਉਹੀ ਨਿਤਨੇਮ ਜਿਹੜਾ ਹੈ ਘਟਾਉਣੇ ਕਰਕੇ ਮਨ ਦੇ ਵਿੱਚ ਵਿਕਾਰ ਜਿਹੜੇ ਰੋਗ ਪੈਦਾ ਹੋਣ। ਤਾਂ ਇਸ ਵਾਸਤੇ ਆਪਦੇ ਆਪ ਨੂੰ ਬੰਨ੍ਹ ਲਵੋ, ਜਿਵੇਂ ਦਾਸ ਨੂੰ ਇੱਕ ਦਾਸ ਨੇ ਬੰਨਿਆ ਹੋਇਆ ਹੈ ਕਿ ਹੁਣ ਮੇਰੀ ਮਜਬੂਰੀ ਹੈ ਵੀ ਮੈਨੂੰ ਤਾਂ ਆਉਣਾ ਹੀ ਪੈਣਾ, ਤੇ ਮੈਂ ਭੱਜ ਨਹੀਂ ਸਕਦਾ, ਮੈਂ ਛੁੱਟੀ ਨਹੀਂ ਮਾਰ ਸਕਦਾ, ਤੇ ਮੈਂ ਕੈਂਸਲ ਨਹੀਂ ਕਰ ਸਕਦਾ, ਕਿਉਂਕਿ ਤੁਸੀਂ ਆਉਣਾ ਹੈ, ਤੇ ਇਸ ਕਰਕੇ ਦਾਸ ਨੂੰ ਆਉਣਾ ਪੈਣਾ। ਤੇ ਇਸ ਤਰ੍ਹਾਂ ਆਪਦੇ ਮਨ ਨੂੰ ਨਾ ਬੰਨੀ ਰੱਖੋ ਅੱਡ ਅੱਡ ਚੀਜ਼ਾਂ ਦੇ ਵਿੱਚ ਵੀ ਆਹ ਚੀਜ਼ ਤਾਂ ਮੈਂ ਕਰਨੀ ਕਰਨੀ। ਜਿਵੇਂ ਮੰਨੋ ਵੀ ਰੋਜ਼ ਮੈਂ ਗੁਰਦੁਆਰਾ ਸਾਹਿਬ ਦਰਸ਼ਨ ਗ੍ਰੰਥ ਸਾਹਿਬ ਜੀ ਦੇ ਕਰਨ ਜਾਣਾ ਹੈ, ਮੱਥਾ ਟੇਕਣ ਜਾਣਾ ਹੈ, ਕਿਉਂਕਿ ਮਹਾਰਾਜ ਸੰਸਾਰ ਕਲਯੁਗ ਦੇ ਵਿੱਚ ਅੱਜ ਸੰਸਾਰ ਦੇ ਵਿੱਚ ਪ੍ਰਤੱਖ ਪਰਮੇਸ਼ਰ ਹੈ, ਤੇ ਪਰਮੇਸ਼ਰ ਨੂੰ ਮੱਥਾ ਕੌਣ ਨਹੀਂ ਟੇਕਣਾ ਚਾਹੁੰਦਾ, ਤੇ ਵੱਡਾ ਪੁੰਨ ਹੈ ਪਰਮੇਸ਼ਰ ਨੂੰ ਮੱਥਾ ਟੇਕਣ ਦਾ, ਐਡਾ ਵੱਡਾ ਤਾਂ ਕੋਈ ਪੁੰਨ ਹੈ ਹੀ ਨਹੀਂ ਸੰਸਾਰ ਦੇ। ਤੇ ਇਸ ਕਰਕੇ ਇਉਂ ਮਨ ਨੂੰ ਬੰਨ੍ਹੋ ਆਪਦੇ ਆਪ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਨਾ, ਕੋਈ ਆਪਦੇ ਲਈ ਗੋਲ ਸੈੱਟ ਕਰੋ ਜਿਹਦੇ ਕਰਕੇ ਮਨ ਵੱਜ ਜਾਵੇ। ਹਾਂਜੀ, ਰਹੋ ਵਿਚਾਰ। ਹੁਣ ਆਪਾਂ ਸ਼ੁਰੂ ਕਰ ਦਈਏ ਤਾਂ ਜ਼ਿਆਦਾ ਸਮਾਂ ਲੱਗਦਾ ਕਿਸੇ ਕਰੋ ਜੀ, ਆਰੰਭ ਕਰੋ। ਵਾਹਿਗੁਰੂ ਜੀ। ਨਿਰਮਲਪਾਲ ਸਿੰਘ ਜੀ, ਆਪ ਜੀ ਪੜ੍ਹਨਾ ਸ਼ੁਰੂ ਕਰੋ। ਓਕੇ ਜੀ। ਵਾਹਿਗੁਰੂ ਚਰਨ ਪਖਾਰੋ ਕਰੇ ਸੇਵਾ, ਜੇ ਠਾਕੁਰ ਪਾਵੈ ਓਹੋ ਕਿਰਪਾਲ ਦਿਆਲ, ਪ੍ਰਭ ਨਾਨਕ ਗੁਣ ਗਾਵੈ। ਹੇ ਠਾਕੁਰ ਮਾਲਕ ਜੀ, ਜੇ ਆਪ ਜੀ ਨੂੰ ਭਾਵੈ ਤਾਂ ਹੀ ਦਾਸਨ ਦਾਸ ਮਨ ਨੀਵਾ ਕਰਕੇ ਆਪ ਜੀ ਦੀ ਅਨੇਕ ਪ੍ਰਕਾਰ ਦੀ ਸ਼ੁਭ ਸੱਚੀ ਪਰਮ ਪਵਿੱਤਰ ਸੇਵਾ ਕਰ ਕੇ ਪਰਮ ਪਵਿੱਤਰ ਚਰਨ ਕਮਲ ਪਖਾਰੋ ਤੋਵੇ। ਯਥਾ ਪਾਵ ਮਲੋਵੋ ਸੰਗ ਨੈਣ ਪਤੀਰੀ, ਜਹ ਪਠਾਵਹੁ ਜਾਉ ਤਤੀ ਰੀ। ਪੋਲਾ ਪੋਲਾ ਤਤੀਰੀ ਤਤੀਰੀ ਓਕੇ। ਜਹ ਪਠਾਵਹੁ ਜਾਉ ਤਤੀ ਰੀ। ਵਾਹਿਗੁਰੂ ਨਾਨਕ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ, ਹੇ ਦਿਆਲੂ ਕਿਰਪਾਲੂ ਪ੍ਰਭ ਜੀ, ਦਾਸਨ ਦਾਸ ਤੇ ਕਿਰਪਾਲ ਦਿਆਲ ਹੋਣਾ ਕਰੋ, ਤਾਂ ਜੋ ਦਾਸਨ ਦਾਸ ਆਪ ਜੀ ਦੇ ਗੁਣ ਸਦਾ ਗਾਵੇ। ਦੋ ਵਾਰੀ ਪੜ੍ਹ ਲਿਆ ਕਰੋ, ਇੱਕੋ ਹੀ ਨਾ, ਇੱਕ ਹੀ ਪਤਾ ਦੋ ਵਾਰੀ ਪੜ੍ਹ ਲਿਆ ਕਰੋ। ਓਕੇ ਜੀ। ਵਾਹਿਗੁਰੂ ਚਰਨ ਪਖਾਰੋ ਕਰੇ ਸੇਵਾ, ਜੇ ਠਾਕੁਰ ਭਾਵੈ ਕਰੇ ਨਹੀਂ ਕਹਿਣਾ, ਕਾਰੇ। ਕਾਰੇ। ਇਹਨੇ ਤੇ ਸਿਆਰੀ ਲੱਗੀ, ਜੇ ਕਰੇ ਕਹੋਗੇ ਤਾਂ ਲਾ ਲੱਗ। ਓਕੇ ਜੀ। ਚਰਨ ਪਖਾਰੋ ਕਰੇ ਸੇਵਾ, ਜੇ ਠਾਕੁਰ ਭਾਵੈ ਓਹ ਕਿਰਪਾਲ ਦਿਆਲ, ਪ੍ਰਭ ਨਾਨਕ ਗੁਣ ਗਾਵੈ। ਹੇ ਠਾਕੁਰ ਮਾਲਕ ਜੀ, ਜੇ ਆਪ ਜੀ ਨੂੰ ਭਾਵੈ
ਤਾਂ ਹੀ ਦਾਸਨ ਦਾਸ ਮਨ ਨੀਵਾ ਕਰਕੇ ਆਪ ਜੀ ਦੀ ਅਨੇਕ ਪ੍ਰਕਾਰ ਦੀ ਸ਼ੁਭ ਸੱਚੀ ਪਰਮ ਪਵਿੱਤਰ ਸੇਵਾ ਕਰੇ ਕੇ ਪਰਮ ਪਵਿੱਤਰ ਚਰਨ ਕਮਲ ਪਖਾਰੋ ਤੋਵੇ ਯਥਾ ਪਾਵ ਮਲੋਵੋ ਸੰਗੇ ਨੈਣ ਪਤੀਰੀ ਇਹ ਜਹ। ਥੋੜਾ ਜਿਹਾ ਨਾ ਖੋਲ ਕੇ ਬੋਲੀਦਾ ਹੈ। ਮਲੋ ਵਾਓ ਵਾਓ, ਲਾਸਟ ਤੇ ਹੈ ਨਾ ਜਿਹੜਾ ਵਾਓ, ਹਾਂਜੀ। ਮਲੋ ਵੋ ਨਹੀਂ ਕਹਿਣਾ, ਵਾਓ ਵਾਓ। ਵਾਓ ਵਾਓ। ਪਾਵ ਮਲੋ ਵਾਓ ਸੰਗੇ ਨੈਣ ਪਤੀਰੀ ਜਹ ਪਠਾਵਹੁ ਜਾਉ ਤਤੀ ਰੀ। ਬੋਲਾ ਕਰਕੇ ਨਾ, ਤਤੀਰੀ ਤਤੀ 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 ਤਤੀਰੀ। ਤਤੀ ਰੀ ਜਹ ਪਠਾਵਹੁ ਜਾਉ ਤਤੀ ਰੀ। ਵਾਹਿਗੁਰੂ ਨਾਨਕੋ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ, ਹੇ ਦਿਆਲੂ ਕਿਰਪਾਲੂ ਪ੍ਰਭ ਜੀ, ਦਾਸਨ ਦਾਸ ਤੇ ਕਿਰਪਾਲ ਦਿਆਲ ਹੋਣਾ ਕਰੋ, ਤਾਂ ਜੋ ਦਾਸਨ ਦਾਸ ਆਪ ਜੀ ਦੇ ਗੁਣ ਸਦਾ ਗਾਵੇ। ਚਲੋ ਜੀ, ਇਹ ਜਿਹੜੇ ਮਹਿੰਗੇ ਮਹਿੰਗੇ ਪਦ ਹੈ ਇਹਨਾਂ ਨੂੰ ਯਾਦ ਕਰ ਲਓ, ਬਾਣੀ ਜਿਵੇਂ ਸੌਖਾ ਹੋ ਜਾਂਦਾ। ਪਖਾਰੋ ਦਾ ਜਿਵੇਂ ਧੋਣਾ, ਪਖਾਰੋ ਦਾ ਮਤਲਬ ਚਰਨ, ਪਖਾਰੋ ਦਾ ਮਤਲਬ ਚਰਨ ਧੋਣਾ, ਪਖਾਰੋ। ਤੇ ਇਸ ਤਰ੍ਹਾਂ ਕਰਕੇ ਮਹਿੰਗੇ ਪਦ ਜਿਹੜੇ ਆ ਇਹ ਯਾਦ ਕਰਨੇ ਆ, ਇਹਦੇ ਨਾਲ ਬਹੁਤ ਫਾਇਦਾ ਹੋ ਜਾਂਦਾ ਹੈ ਜੇ ਇਸ ਤਰ੍ਹਾਂ ਕਰਕੇ ਆਪਾਂ ਯਾਦ ਕਰਨ ਲੱਗ ਜਾਵਾਂਗੇ, ਬਾਣੀ ਸਮਝ ਆਉਣ ਲੱਗੇ। ਤੇ ਜਦੋਂ ਤੁਸੀਂ ਸਹਿਜ ਪਾਠ ਕਰੋਗੇ ਫਿਰ ਅਰਥ ਸਮਝ ਆਉਣ ਲੱਗ ਜਾਣਾ, ਫਿਰ ਗੱਲ ਬਣ ਜਾਣੀ। ਚਲੋ ਜੀ ਅੱਗੇ। आगे कोई और प्रेमी पढ़ना चाहता है तो पढ़ तो नहीं, आप भी पढ़ लो। पढ़ लो, वो कोई ध्यान तो पढ़ो। दास पढ़ नहीं सकता, नहीं तो दास पढ़ लेता। राज राइट नहीं है कोई वो बंदा पढ़ो जिन्हें पहला नहीं कदे पढ़िया, कुछ नहीं हो गया, पढ़ लो। ਵਾਹਿਗੁਰੂ ਦਾਸ ਰੇਣ ਸੋਈ ਹੋਆ, ਜਿਸ ਮਸਤਕ ਕਰਮਾ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਗੁਰਬਾਣੀ ਨੂੰ ਜੁਗੋ ਜੁਗ ਅਟਲ ਸੁਧ ਰੱਖਣ ਲਈ ਮਹਾਨ ਸ਼ਹੀਦੀ ਦਿੱਤੀ ਹੈ। ਐਸੇ ਪਰਮ ਪੂਜਨੀਕ ਸਤਿਗੁਰੂ ਜੀ ਫਰਮਾਉਂਦੇ ਹਨ, ਜਿਸ ਗੁਰਮੁਖ ਪ੍ਰੇਮੀ ਦੇ ਮਸਤਕ ਸ਼੍ਰੋਮਣੀ ਨਿਸ਼ਕਾਮ ਕਰਮਾ ਕਰਮ ਹਨ, ਸੋਈ ਉਹ ਧੰਨ ਧੰਨ ਸੱਚੇ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਦਾਸ ਦੀ ਰੇਣ ਚਰਨ ਧੂੜ ਹੋਆ ਹੈ। ਉਹੀ ਕਰਮਾ ਭਾਗਾ ਭਰੇ ਮਸਤਕ ਮੱਥੇ ਵਾਲਾ ਹੈ। ਕਹੋ ਨਾਨਕ ਬੰਧਨ ਛੂਟੇ ਸਤਿਗੁਰ ਕੀ ਸਰਨਾ। ਵਾਹਿਗੁਰੂ ਨਾਨਕ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਕਹੋ ਫਰਮਾਉਂਦੇ ਹਨ, ਜਿਸ ਦਾ ਮਨ ਸੱਚੇ ਸਤਿਗੁਰੂ ਚੌਥੇ ਪਾਤਸ਼ਾਹ ਜੀ ਦੇ ਦਾਸ ਦੀ ਚਰਨ ਧੂੜ ਹੋ ਕੇ ਸਤਿਗੁਰ ਕੀ ਸਰਨਾ ਪਿਆ ਹੈ, ਉਸ ਦੇ ਔਗੁਣਾ ਪਾਪਾਂ ਦੇ ਬੰਧਨ ਛੂਟੇ ਹਨ। हाँ जी, फिर पढ़ लो भैन जी, दूसरी बार दो बारी पढ़ ले। ਵਾਹਿਗੁਰੂ ਦਾਸ ਰੇਣ ਸੋਈ ਹੋਆ, ਜਿਸ ਮਸਤਕ ਕਰਮਾ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਗੁਰਬਾਣੀ ਨੂੰ ਜੁਗੋ ਜੁਗ ਅਟਲ ਸ਼ੁੱਧ ਰੱਖਣ ਲਈ ਮਹਾਨ ਸ਼ਹੀਦੀ ਦਿੱਤੀ ਹੈ। ਐਸੇ ਪਰਮ ਪੂਜਨੀਕ ਸਤਿਗੁਰੂ ਜੀ ਫਰਮਾਉਂਦੇ ਹਨ, ਜਿਸ ਗੁਰਮੁਖ ਪ੍ਰੇਮੀ ਦੇ ਮਸਤਕ ਸ਼੍ਰੋਮਣੀ ਨਿਸ਼ਕਾਮ ਕਰਮਾ ਕਰਮ ਹਨ, ਸੋਈ
ਉਹ ਧੰਨ ਧੰਨ ਸੱਚੇ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਦਾਸ ਦੀ ਰੇਣ ਚਰਨ ਧੂੜ ਹੋਆ ਹੈ। ਉਹੀ ਕਰਮਾ ਭਾਗਾ ਭਰੇ ਮਸਤਕ ਮੱਥੇ ਵਾਲਾ ਹੈ। ਕਹੋ ਨਾਨਕ ਬੰਧਨ ਛੂਟੇ ਸਤਿਗੁਰ ਕੀ ਸਰਨਾ। ਵਾਹਿਗੁਰੂ ਨਾਨਕ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਕਹੋ ਫਰਮਾਉਂਦੇ ਹਨ, ਜਿਸ ਦਾ ਮਨ ਸੱਚੇ ਸਤਿਗੁਰੂ ਚੌਥੇ ਪਾਤਸ਼ਾਹ ਜੀ ਦੇ ਦਾਸ ਦੀ ਚਰਨ ਧੂੜ ਹੋ ਕੇ ਸਤਿਗੁਰ ਕੀ ਸਰਨਾ ਪਿਆ ਹੈ, ਉਸ ਦੇ ਔਗੁਣਾ ਪਾਪਾਂ ਦੇ ਬੰਧਨ ਛੁੱਟੇ ਹਨ। ਇਹਦੇ ਵਿੱਚ ਇੱਕ ਗੱਲ ਆਈ ਹੈ, ਧਿਆਨ ਦੇਣ ਯੋਗ ਹੈ ਜੋ ਮਹਾਰਾਜ ਦਾ ਨਿਸ਼ਕਾਮ ਕਰਮ, ਜਿਹਦੇ ਮੱਥੇ ਦੇ ਉੱਤੇ ਨਿਸ਼ਕਾਮ ਕਰਮਾਂ ਦਾ ਲੇਖ ਹੈ ਨਾ, ਉਹ ਦਾਸ ਰੇਨ ਹੁੰਦਾ ਹੈ। ਇੱਕ ਤਾਂ ਦੋ ਤਿੰਨ ਗੱਲਾਂ ਹੈ। ਇੱਕ ਦਾਸਾਂ ਦੀ ਰੇਨ ਹੋਣਾ, ਭਾਵ ਕਿ ਵਿੱਚ ਜੋ ਗੁਰਮੁਖ ਨੇ ਨਾ, ਉਹਨਾਂ ਦਾ ਵਚਨ ਮੰਨ ਕੇ ਸੇਵਾ ਕਰ। ਤੇ ਰੇਣ ਦਾ ਹੋਣਾ, ਚਰਨ ਧੂੜ ਹੋਣਾ, ਮਤਲਬ ਕੀ ਹੈ ਵੀ ਉਹਨਾਂ ਆਪਣੇ ਆਪ ਨੂੰ ਉਹਨਾਂ ਤੋਂ ਛੋਟਾ ਜਾਣਨਾ। ਸਦਾ ਹੀ ਦੋ ਗੱਲਾਂ, ਗੁਰਮੁਖਾਂ ਦੀ ਵਚਨ ਮੰਨ ਕੇ ਉਹਨਾਂ ਦਾ ਆਖੇ ਲੱਗ ਕੇ ਉਹਨਾਂ ਦੀ ਸੇਵਾ ਕਰਨਾ। ਉਹਨਾਂ ਦੀ ਸੇਵਾ ਮਤਲਬ ਉਹਨਾਂ ਦੀ ਜੋ ਇੱਕ ਤਾਂ ਉਹਨਾਂ ਦੀ ਸਰੀਰ ਦੀ ਸੇਵਾ ਹੁੰਦੀ ਹੈ, ਵੀ ਦੂਸਰਾ ਹੈ ਵੀ ਉਹਨਾਂ ਦੇ ਵਚਨ ਮੰਨ ਕੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਥ ਦੀ ਸੇਵਾ ਕਰਨਾ। ਤੇ ਫਿਰ ਸਦਾ ਹੀ ਉਹ ਆਪਣੇ ਆਪ ਨੂੰ, ਆਪਣੀ ਮੱਤ ਨੂੰ ਉਹਨਾਂ ਤੋਂ ਛੋਟੇ ਜਾਣਦੇ ਰਹਿਣ। ਇਹ ਜਿਹੜੀ ਚੀਜ਼ ਹੈ ਨਾ, ਜਾਂ ਕਹੋ ਇਹ ਜਿਹੜੀ ਅਵਸਥਾ ਹੈ ਨਾ, ਇਹ ਬਖਸ਼ਿਸ਼ ਦੀ ਗੱਲ ਹੈ। ਇਹ ਸੌਖੀ ਪ੍ਰਾਪਤ ਨਹੀਂ ਹੁੰਦੀ। ਇਹਦੇ ਤੇ ਮਹਾਰਾਜ ਦੀ ਕਿਰਪਾ ਹੋਵੇ ਉਹਨੂੰ ਪ੍ਰਾਪਤ ਹੁੰਦੀ ਹੈ, ਜਾਂ ਬਚਨ ਹੁਣ ਲਿਖਿਆ ਵੀ ਉਹਨੂੰ ਪ੍ਰਾਪਤ ਹੁੰਦੀ ਹੈ ਜਿਹਦੇ ਮੱਥੇ ਦੇ ਉੱਤੇ ਨਿਸ਼ਕਾਮ ਕਰਮਾਂ ਦਾ ਲੇਖ ਪਿਆ ਹੋਵੇ। ਦੋ ਪ੍ਰਕਾਰ ਦੇ ਕਰਮ ਹੈ। ਤੁਸੀਂ ਕੋਈ ਕਰਮ ਕਰਦੇ ਹੋ, ਇੱਕ ਤਾਂ ਸਾ ਕਾਮ ਹੈ। ਕਾਮ ਦਾ ਮਤਲਬ ਕਾਮਨਾ, ਆਪਣੀ ਇੱਛਾ, ਜਿਹੜੀ ਚ ਆਪਾਂ ਲਈ ਕੰਮ ਕਰਦੇ ਆ। ਮੰਨ ਲਓ ਮੈਂ ਬਾਣੀ ਪੜ੍ਹਨ ਲੱਗਿਆ, ਸੇਵਾ ਕਰਨ ਲੱਗ ਗਿਆ, ਬਈ ਮੈਂ ਨੌਕਰੀ ਲੱਗ ਜਾ, ਜਾਂ ਮੇਰਾ ਪੁੱਤਰ ਨੌਕਰੀ ਲੱਗ ਜੇ। ਇਸ ਕੰਮ ਵਾਸਤੇ ਆਪਣੀਆਂ ਮਾਈਆਂ, ਕਿਸੇ ਦੇ ਜਵਾਕ ਨਹੀਂਗਾ, ਉਹ ਮੇਰੇ ਜਵਾਕ ਹੋ ਜੇ, ਇਸ ਕਰਕੇ ਉਹ ਬਾਣੀ ਪੜ੍ਹਦਾ ਹੈ। ਮਾੜੀ ਗੱਲ ਨਹੀਂ ਗੀ, ਇਹ ਚੰਗੀ ਗੱਲ ਹੈ ਕਿ ਕਿਸੇ ਕਾਮਨਾ ਵਾਸਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ ਫਿਰ ਬਹੁਤ ਵੱਡੀ ਗੱਲ ਹੈ, ਛੋਟੀ ਗੱਲ ਨਹੀਂ। ਪਰ ਇਹ ਸਟੈਪ 1 ਹੈ। ਕੋਈ ਵੀ ਕਾਮਨਾ ਵਾਸਤੇ, ਸੰਸਾਰੀ ਕਾਮਨਾ ਵਾਸਤੇ, ਪਰਿਵਾਰਕ ਚੀਜ਼ਾਂ ਵਾਸਤੇ, ਕਲੇਸ਼ ਦੀ ਨਿਵਰਤੀ ਲਈ, ਕਿ ਸਾਡੇ ਘਰੇ ਦੀ ਲੜਾਈ ਹੈ, ਇਹ ਲੜਾਈ ਦੂਰ ਹੋ ਜਾਵੇ, ਆਪ ਜੀ ਕਿਰਪਾ ਕਰੋ ਮਹਾਰਾਜ, ਮੇਰੀ ਮਾਤਾ ਨੂੰ ਰੋਗ ਲੱਗ ਗਿਆ ਹੈ, ਮੇਰੀ ਮਾਤਾ ਦਾ ਰੋਗ ਦੂਰ ਹੋ ਜੇ। ਇਸ ਤਰ੍ਹਾਂ ਦੇ ਪ੍ਰੇਮੀ ਹੁੰਦੇ ਆ, ਬਾਣੀ ਦਾ ਪਾਠ ਸ਼ੁਰੂ ਕਰ ਲੈਂਦੇ, ਮੈਂ ਜੀ 101 ਸੁਖਮਨੀ ਸਾਹਿਬ ਦਾ ਪਾਠ ਕਰੂੰਗਾ। ਵਧੀਆ ਗੱਲ ਹੈ, ਕਰਨ ਲੱਗ ਜਾਵੇ ਨਾ। ਉਹਦੇ ਕਰਨ ਲੱਗ ਕੇ ਕਰਨੇ, ਜੇ ਸ਼ੁੱਧ ਕਰਦਾ ਹੈ, ਮਰਿਆਦਾ ਨਾਲ ਕਰਦਾ ਹੈ, ਸਹਿਜੇ ਸਹਿਜੇ ਕਰਦਾ, ਕਾਹਲ ਨਹੀਂ ਕਰਦਾ, ਬਾਣੀ ਸ਼ੁੱਧ ਪੜਦਾ ਹੈ, ਤਾਂ ਉਹਦਾ ਫਿਰ ਮਨ ਤੇ ਅਸਰ ਹੋਊਗਾ ਬਾਣੀ ਦਾ, ਚਾਹੇ ਕਾਮਨਾ ਲਈ ਵੀ ਕਰਦਾ ਹੈ। ਉਹਦੇ ਕਰਕੇ ਉਹਦਾ ਜਿਹੜਾ ਮਨ ਹੈ ਨਾ, ਉਹ ਗੁਰੂ ਸਾਹਿਬ ਤੇ ਸ਼ਰਧਾ ਵੱਜੂਗੀ, ਕਿਉਂਕਿ ਉਹ ਤਾਂ ਇੱਛਾ ਤਾਂ ਪੂਰੀ ਹੋ ਜਾਣੀ ਹੈ, ਇੱਛਾ ਤਾਂ ਪੂਰੀਆਂ ਹੋ ਜਾਂਦੀਆਂ ਗੁਰੂ ਸਾਹਿਬ ਦੇ ਕੋਲ, ਵੱਡੀ ਗੱਲ ਨਹੀਂ ਕੋਈ। ਆ ਸੰਸਾਰੀ ਇੱਛਾ ਉੱਛਾ ਤਾਂ ਉਹੀ ਪੂਰੀਆਂ ਹੋ ਜਾਂਦੀਆਂ, ਤਾਂ ਕੋਈ ਗੱਲ ਹੀ ਕੋਈ। ਤੇ ਪਰ ਮਸਲਾ ਕੀ ਹੈ ਇਹਦੇ ਵਿੱਚ, ਫਿਰ ਉਹ ਇੱਛਾ ਪੂਰੀ ਹੋਈ। ਮੰਨ ਲਓ ਮੇਰਾ ਅੱਜ ਪੁੱਤਰ ਹੋ ਗਿਆ, ਹੁਣ ਮੈਂ ਨਵੀਂ ਇੱਛਾ ਪ੍ਰਗਟ ਕਰਤੀ, ਅੱਜ ਮੇਰੀ ਮਾਤਾ ਨੂੰ ਰੋਗ ਹੋ ਗਿਆ, ਮੇਰੀ ਮਾਤਾ ਦਾ ਰੋਗ ਦੂਰ ਹੋ ਜਾਏ। ਚਲੋ ਮਾਤਾ ਦਾ ਰੋਗ ਦੂਰ ਹੋ ਗਿਆ, ਕੱਲ ਨੂੰ ਮੇਰੇ ਘਰੇ ਕੁਝ ਹੋਰ ਹੋ ਗਿਆ, ਉਹਦੇ ਲਈ ਮੈਂ ਕਰਨ ਲੱਗ ਗਿਆ ਪਾਠ। ਇਹ ਉਹ ਸਾਰੀ ਉਮਰ ਮੈਂ ਕਾਮਨਾ ਲਈ ਪਾਠ ਹੀ ਕਰੀ ਗਿਆ। ਕਦੇ ਮੈਂ ਮੇਰੇ ਵੀਜ਼ੇ ਲਈ ਪਾਠ ਕਰੀ ਗਿਆ, ਮੇਰਾ ਵੀਜ਼ਾ ਲੱਗ ਜੇ ਜੀ, ਮੇਰੀ PR ਹੋ ਜੇ, ਉਹਦੇ ਲਈ ਪਾਠ ਕਰੀ ਗਿਆ। ਪਾਠ ਕਰ ਲਏ, PR ਵੀ ਹੋ ਗਏ, ਫਿਰ ਗੱਲ ਭੁਲਾ ਹੀ ਦਿੱਤੀ ਵੀ ਗੁਰੂ ਸਾਹਿਬ ਵੱਲੋਂ ਆਪਾਂ ਮੰਗ ਕੇ PR ਲਈ ਹੈ, ਬਖਸ਼ਿਸ਼ ਹੋਈ ਹੈ ਸਾਡੇ ਤੇ, ਮਹਾਰਾਜ ਨੇ ਕਿਰਪਾ ਕੀਤੀ, ਉਹ ਗੱਲ ਹੀ ਭੁਲਾਤੀ, ਕਦੇ ਚੇਤੇ ਨਹੀਂ ਕੀਤੀ, ਸੰਸਾਰ ਦੇ ਵਿੱਚ ਲੱਗ ਗਏ। ਇਹ ਮਾੜੀ ਗੱਲ ਹੈ। ਪਹਿਲਾਂ ਦੀ ਸਟੈਪ ਨਹੀਂ ਮਾੜਾ ਸੀਗਾ, ਉਹ ਤਾਂ ਠੀਕ ਲਿਆ ਸੀ,
फिर उत्थों जमा टुट ही गए, जिथों सब कुछ मिलिया उत्थों मुक्कर ही जाना, उत्थे जाना ही ना बाਅद चों, पछानना ही ना महाराज नूं भी ना कोई नहीं, लोड़ पई तो फिर वो कामना वास्ते फिर चले जाना। ਇਹ ਉਹਨਾਂ ਨਾਲੋਂ ਬੰਦੇ ਚੰਗੇ ਆ ਕਾਮਨਾ ਲਈ ਵੀ, ਜਿਹੜੇ ਗੁਰੂ ਸਾਹਿਬ ਹੁੰਦੇ, ਜਿਹੜੇ ਉੱਕਾ ਹੀ ਨਹੀਂ ਹੁੰਦੇ, ਉਹਦੇ ਤਾਂ ਆਪਾਂ ਹੱਲ ਹੀ ਨਹੀਂ ਕਰਦੇ ਨਾ, ਉਹ ਤਾਂ ਨਾਸਤਿਕ ਬੰਦੇ ਆ। ਉਹਨਾਂ ਦਾ ਸੰਸਾਰ ਦੇ ਵਿੱਚ ਨਾਂ ਲੈਣਾ ਵੀ ਮਾੜਾ ਹੈ ਨਾਸਤਿਕ ਬੰਦੇ ਦਾ। ਤਾਂ ਸਾਖਤ ਦਾ ਤਾਂ ਇੰਨਾ ਬੁਰਾ ਕਿਹਾ ਹੈ ਵੀ ਸਾਖਤ ਦੇ ਨੇੜੇ ਵੀ ਨਹੀਂ ਬੈਠਣਾ, ਉਹ ਬੈਠਣੇ ਕਰਕੇ ਨੁਕਸਾਨ ਹੈ, ਉਹਦੇ ਕਰਕੇ ਬੋਲਣਾ ਤੇ ਨਾਂ ਲੈਣਾ। ਤੇ ਇਉਂ ਜਿਹੜਾ ਸਾਖਤ ਪੁਰਖ ਹੈ ਉਹਦਾ ਤੇ ਕਹਿਣਾ ਕੀ, ਪਰ ਜਿਹੜੇ ਬੰਦੇ ਥੋੜੇ ਸ਼ਰਧਾ ਰੱਖਦੇ ਆ ਉਹ ਫਿਰ ਕਾਮਨਾ ਲਈ ਕੰਮ ਕਰੀ ਜਾਂਦੇ ਕਰੀ ਜਾਂਦੇ ਕਰੀ ਜਾਂਦੇ। ਉਹਦੇ ਕਰਕੇ ਕੀ ਹੁੰਦਾ ਹੈ, ਇੱਕ ਕੰਮ ਦਾ ਹੱਲ ਹੋ ਜਾਂਦਾ ਹੈ ਵੀ ਆਪਾਂ ਨੂੰ ਉਹ ਚੀਜ਼ ਮਿਲ ਜਾਂਦੀ ਦੁਨਿਆਵੀ। ਉਸ ਤੋਂ ਬਾਅਦ ਜੋ ਆਪਾਂ ਕੀ ਕਰਦੇ ਹਾਂ, ਦੁਨਿਆਵੀ ਚੀਜ਼ ਲੈ ਕੇ ਆਪਾਂ ਗੁਰੂ ਸਾਹਿਬ ਦਾ ਪਰਉਪਕਾਰ, ਮਹਾਰਾਜ ਦਾ ਗੁਣ, ਆਪਣੇ ਤੇ ਜੋ ਮਹਾਰਾਜ ਦਾ ਅਹਿਸਾਨ ਹੁੰਦਾ ਹੈ ਉਹ ਆਪਾਂ ਜਾਣਦੇ ਨਹੀਂਗੇ, ਤੇ ਫੇਵਰ ਮਹਾਰਾਜ ਤੋਂ ਲੈਂਦੇ ਆ ਤੇ ਫਿਰ ਮਹਾਰਾਜ ਦੇ ਫੇਵਰ ਦੀ ਆਪਾਂ ਕਦਰ ਨਹੀਂ ਕਰਦੇ। ਮਹਾਰਾਜ ਤਾਂ ਕਿੰਨੀ, ਜਿਸ ਦਿਨ ਤੋਂ ਆਪਾਂ ਜੰਮੇ ਸਾਰਾ ਕੁਝ ਮਹਾਰਾਜ ਤੋਂ, ਗੁਰੂ ਸਾਹਿਬ ਤੋਂ ਹੀ ਮੰਗ ਕੇ ਖਾਧਾ ਅਜੇ ਤਾਈਂ, ਤੇ ਉਹ ਫਿਰ ਮਾੜੀ ਗੱਲ ਹੋ ਜਾਂਦੀ ਹੈ। ਉੱਥੇ ਚਾਹੀਦਾ ਕੀ ਸੀਗਾ, ਫਿਰ ਅੱਗੇ ਵਧਣਾ ਸੀਗਾ, ਇੱਛਾ ਪੂਰੀ ਹੋ ਗਈ, ਹੁਣ ਗੁਰੂ ਸਾਹਿਬ ਦੀਆਂ ਗੱਲਾਂ ਮੰਨਣੀਆਂ ਸੀ, ਮਹਾਰਾਜ ਦਾ ਬਚਨ ਮੰਨਣਾ ਸੀ ਵੀ ਗੁਰੂ ਸਾਹਿਬ ਕੀ ਕਹਿ ਰਹੇ ਹੈ ਵੀ ਨਿਤਨੇਮ ਕਰਿਆ ਕਰ, ਕੇਸ ਰੱਖ ਲਾ, ਤੇ ਫਿਰ ਗੁਰੂ ਸਾਹਿਬ ਕਹਿ ਰਹੇ ਆ ਵੀ ਹੁਣ ਹੌਲੀ ਹੌਲੀ ਤੂੰ ਤਿਆਰੀ ਕਰ, ਅੰਮ੍ਰਿਤ ਛਕ ਲਾ, ਤੇ ਸੰਸਾਰਾ ਖਿਲਾਰ ਵਿਕਾਰ ਛੱਡ ਦੇ, ਵਿਕਾਰਾਂ ਚ ਨਾ ਪੈ, ਹੁਣ ਤੂੰ ਬਾਣੀ ਵਾਲੇ ਪਾਸੇ ਲੱਗ ਜਾ। ਉਹ ਇਸ ਪਾਸੇ ਚੱਲਣਾ ਸੀਗਾ ਪਰ ਉਹ ਚੱਲਿਆ ਹੀ ਨਹੀਂ, ਉੱਥੋਂ ਵਾਪਸ ਮੁੜ ਗਿਆ, ਬਾਅਦ ਚੋਂ ਕਦੇ ਆਏ ਨਹੀਂ ਗੁਰਦੁਆਰੇ। ਇਹ ਨੁਕਸਾਨ ਹੋ ਗਿਆ। ਦੂਜਾ ਇਹ ਗੱਲ ਹੈ ਵੀ ਉਹ ਬੰਦਾ ਵਾਪਸ ਤਾਂ ਨਹੀਂ ਮੁੜਿਆ, ਉਹਦੀ ਹੋਰ ਕਾਮਨਾ ਜਾਗ ਗਈ, ਮੇਰਾ ਆਹ ਹੋ ਜੇ ਜੀ। ਉਹ ਦੂਜੇ ਟਾਈਪ ਦਾ ਬੰਦਾ ਹੈ, ਉਹ ਫਿਰ ਹੋਰ ਚੀਜ਼ਾਂ ਲੱਭੀ ਜਾਂਦਾ, ਆਹ ਹੋ ਜੇ, ਮੇਰਾ ਆਹ ਹੋ ਜੇ, ਆਹ ਹੋ ਜੇ, ਫਿਰ ਹੋਰ ਆ ਗਿਆ ਕੁਛ ਉਹਦਾ ਆਹ। ਚਲੋ ਇਹ ਪਹਿਲੇ ਵਾਲੇ ਨਾਲੋਂ ਠੀਕ ਹੈ, ਦੂਜੇ ਟਾਈਪ ਦਾ ਬੰਦਾ ਜਿਹੜਾ, ਇੱਕ ਤਾਂ 2-3 ਕੈਟੇਗਰੀਆਂ ਹੋ ਗਈਆਂ ਨਾ ਹੁਣ ਤਾਈਂ। ਇੱਕ ਤਾਂ ਜਿਹੜਾ ਕਦੇ ਗੁਰੂ ਗ੍ਰੰਥ ਸਾਹਿਬ ਜੀ ਕੋਲੇ ਆਉਂਦਾ ਹੀ ਨਹੀਂ, ਉਹ ਤਾਂ ਸਭ ਤੋਂ ਹੀ ਮਾੜਾ ਹੈ ਦੁਨੀਆ ਤੇ, ਉਹਦਾ ਨਾਮ ਲਿਆ ਹੀ ਮਾੜਾ ਹੈ। ਇੱਕ ਬੰਦਾ ਜਿਹੜਾ ਆਉਂਦਾ ਹੈ, ਇੱਛਾ ਰੱਖਦਾ ਸੰਸਾਰੀ, ਉਹ ਇੱਛਾ ਪੂਰੀ ਹੋ ਗਈ, ਬਾਅਦ ਚੋਂ ਭੱਜ ਗਿਆ, ਚਲੋ ਇਹ ਵੀ ਮਾੜਾ ਹੈ। ਤੀਸਰੇ ਪ੍ਰਕਾਰ ਦਾ ਬੰਦਾ ਹੈ ਜਿਹੜਾ ਉਹ ਆਉਂਦਾ ਹੈ ਪਰ ਉਹ ਸਾਰੀ ਕਾਮਨਾ ਲਈ ਜਾਂਦਾ ਹੈ, ਆਹ ਦੇ ਦਿਓ ਮਹਾਰਾਜ ਮੈਨੂੰ, ਆਹ ਦੇ ਦਿਓ, ਆਹ ਦੇ ਦਿਓ, ਆਹ ਦੇ ਦਿਓ, ਤੇ ਮੰਗੀ ਜਾਂਦਾ ਮੰਗੀ ਜਾਂਦਾ। ਉਹਦੇ ਲਈ ਪਾਠ ਕਰਦਾ, ਘਰੇ ਪਾਠ ਕਰਾਉਂਦਾ ਹੈ, ਕੀਰਤਨ ਕਰਦਾ ਹੈ, ਸਭ ਕੁਛ। ਤੇ ਇਹ ਤੀਜੇ ਪ੍ਰਕਾਰ ਦਾ ਬੰਦਾ ਹੈ। ਇਹ ਉਹਨਾਂ ਦੋਵਾਂ ਨਾਲੋਂ ਠੀਕ ਹੈ ਵੀ ਚਲੋ ਉਹਦੇ ਲੜ, ਇਹ ਨੁਕਸਾਨ ਜਾਂਦਾ ਹੈ। ਇਹਦਾ ਨੁਕਸਾਨ ਇਹ ਹੋ ਜਾਂਦਾ, ਇਹ ਜਿੰਨੀ ਬਾਣੀ ਪੜ੍ਹੀ ਜਾਂਦਾ ਹੈ ਨਾ, ਜਾਂ ਜਿੰਨਾ ਇਹ ਜੋ ਵੀ ਕਰਮ ਕਰੀ ਜਾਂਦਾ ਹੈ ਧਾਰਮਿਕ ਕੰਮ, ਉਹ ਸਾਰਾ ਦਾ ਸਾਰਾ ਇਹਦੀਆਂ ਇੱਛਾ ਪੂਰੀਆਂ ਕਰਨ ਤੇ ਯੂਜ਼ ਹੋਈ ਜਾਂਦਾ, ਇਹਦੇ ਮਨ ਤੇ ਅਸਰ ਨਹੀਂ ਪੈ ਰਿਹਾ। ਤੇ ਤਾਂ ਕਰਕੇ ਧਰਮ ਦੇ ਫੀਲਡ ਦੇ ਵਿੱਚ ਕੋਈ ਵੱਡਾ ਕੰਮ ਨਹੀਂ ਕਰ ਸਕਦਾ, ਵੱਡੀ ਸੇਵਾ ਨਹੀਂ ਕਰ ਸਕਦਾ, ਇਹਦਾ ਮਨ ਨਹੀਂ ਸਾਫ਼ ਹੋ ਸਕਦਾ, ਵਿਕਾਰ ਨਹੀਂ ਰੁਕ ਸਕਦੇ, ਇਹਦੇ ਮਨ ਨੂੰ ਟਿਕਾ ਨਹੀਂ ਆ ਸਕਦਾ, ਉਹ ਸਹਿਜ, ਉਹ ਆਨੰਦ ਇਹਨੂੰ ਮਿਲ ਨਹੀਂ ਸਕਦਾ। ਉਹ ਤਾਂ ਬਾਰੇ ਲਿਖਿਆ, ਕਰਮੀ ਸਹਜ ਨ ਉਪਜੈ, ਬਿਨ ਸਹਜੈ ਸਹਸਾ ਨਾ ਜਾਏ। ਕਰਮੀ, ਇਹ ਸਕਾਮ ਕਰਮਾਂ ਨਾਲ ਨਾ ਇਹ ਸਹਿਜ ਨਹੀਂ ਪੈਦਾ ਹੁੰਦਾ ਅੰਦਰ, ਵੀ ਜਿਹੜੇ ਕੰਮ ਆਪਾਂ ਕਰਦੇ ਆਂ ਇੱਛਾ ਰੱਖੇ ਕਰੀ ਜਾਂਦੇ ਕਰੀ ਜਾਂਦੇ ਕਰੀ ਨਾ ਜਾਏ ਸਹਸਾ ਕਿਤਾ, ਅੰਦਰੋਂ ਸੰਸਾ ਨਹੀਂ ਜਾਂਦਾ। ਜਿਹੜਾ ਅੰਦਰ ਆਪਾਂ ਨੇ ਸੰਸਾ ਪਿਆ ਰਹਿੰਦਾ ਨਾ, ਛੋਟੀ ਛੋਟੀ ਗੱਲ ਦਾ ਸੰਸਾ ਪਿਆ ਰਹਿੰਦਾ ਵੀ ਆਹ ਨਾ ਹੋ ਜੇ, ਆਹ ਨਾ, ਉਹ ਜਾਂਦਾ ਨਹੀਂ ਅੰਦਰੋਂ। ਉਹ ਕਿਵੇਂ ਜਾਊਗਾ, ਉਹਦਾ ਚੌਥੇ ਪ੍ਰਕਾਰ ਦੇ ਬੰਦੇ ਆ ਜਿਹੜੇ, ਉਹਨਾਂ ਦਾ ਜਾਂਦਾ। ਉਹ ਚੌਥੇ ਪ੍ਰਕਾਰ ਦੇ ਬੰਦੇ ਹੈ, ਉਹ ਇਹ ਹੈ ਵੀ ਜਿਹੜੇ ਬਾਣੀ ਪੜ੍ਹਦੇ ਹੈ, ਸੇਵਾ ਵੀ ਕਰਦੇ ਹੈ, ਪਰ ਸੰਸਾਰੀ ਇੱਛਾ ਤਿਆਗ ਦਿੰਦੇ ਹੈ। ਗੁਰੂ ਸਾਹਿਬ, ਇਹ ਹੁੰਦਾ ਕਿਰਪਾ ਦੇ ਨਾਲ ਹੀ ਹੈ। ਪਹਿਲਾਂ ਹੌਲੀ ਹੌਲੀ ਸੇਵਾ ਕਰਨੀ ਪੈਂਦੀ ਹੈ, ਆਉਣਾ ਪੈਂਦਾ ਹੈ ਮਹਾਰਾਜ ਕੋਲ, ਅਰਦਾਸ ਕਰਨੀ ਪੈਂਦੀ ਹੈ, ਮੰਗਣਾ ਪੈਂਦਾ, ਮਹਾਰਾਜ ਕਿਰਪਾ ਕਰੋ ਮੇਰੇ ਤੇ, ਮੇਰੇ ਸੰਸਾਰੀ ਇੱਛਾ ਮੇਟ ਦਵੋ। ਅਰਦਾਸ ਕਰ ਕਰਕੇ ਤੇ ਫਿਰ ਗੁਰੂ ਸਾਹਿਬ ਬਖਸ਼ਿਸ਼ ਕਰਦੇ, ਫਿਰ ਇਹ ਜਿਹੜੀ ਪੋਜੀਸ਼ਨ ਹੈ ਇਹਦੇ ਤੇ ਬੰਦਾ ਪਹੁੰਚਦਾ ਹੈ। ਬੋਤਲ ਕੱਢ ਕੇ ਚੁੱਕ, ਬੋਤਲ ਕੱਢ ਨਾਲ ਹੀ ਚੁੱਕ, ਹੁਣ ਫੇਰ ਬੋਤਲ ਕੌਣ। ਦੇਖੋ ਭੈਣ ਜੀ, ਕਿੰਨੀ ਕੀਮਤੀ ਗੱਲ ਚਲਦੀ, ਤੁਹਾਡੀ ਬੋਤਲ ਤੋਂ ਅਸੀਂ ਕੀ ਕਰਾਉਣਾ ਹੈ। ਕਿੱਥੇ ਹੋ ਤੁਸੀਂ, ਤੁਹਾਨੂੰ ਮੈਂ ਮਿਊਟ ਕਰਾਂ, ਗੱਲ ਭੁਲਾਤੀ ਹੈ ਸਾਰੀ। ਜਿਹੜਾ ਚੌਥੇ ਪ੍ਰਕਾਰ ਦਾ ਬੰਦਾ ਨਾ, ਉਹ
ਬਾਣੀ ਵਾਲੇ ਪਾਸੇ ਲੱਗੇਗਾ ਤੇ ਪਰ ਉਹ ਕਾਮਨਾ ਤਿਆਗ ਦੂਗਾ ਗੁਰੂ ਸਾਹਿਬ ਦੀ ਕਿਰਪਾ ਨਾਲ। ਮਹਾਰਾਜ ਲਿਖਿਆ ਨਾ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ। ਆਸਾ ਤਿਆਗ ਦੇਣੀ ਤੇ ਮਨਸਾ ਵੀ ਤਿਆਗ ਦੇਣੀ। ਮਨਸਾ ਹੁੰਦੀ ਹੈ, ਆਸਾ ਤਾਂ ਹੁੰਦੀ ਨਾ ਵੀ ਲੰਮੇ ਸਮੇਂ ਦੀ ਆਸਾ ਬਣੀ ਹੋਈ ਵੀ ਮੈਂ ਜੀ ਕਈ ਸਾਲ ਹੋ ਗਏ ਵੀ 20 ਸਾਲਾਂ ਦੀ ਕੋਈ ਆਸਾ ਹੈ, ਮੈਂ ਤਾਂ ਕੀ ਕਹੀਏ ਵੀ ਮੈਂ ਤਾਂ ਵੱਡੀ ਕੋਈ ਗੱਡੀ ਲੈਣੀ ਹੈ, ਬੜੀ ਚਿਰ ਦੀ ਆਸ ਹੈ ਤੇ ਜਿਹੜੀ ਵੀ ਕੋਈ ਵੱਡੀ ਗੱਡੀ ਦੁਨੀਆ ਤੇ ਐਗਜ਼ਿਸਟ ਕਰਦੀ ਹੈ ਤੇ ਉਹ ਮੈਂ ਸਫਾਰੀ ਲੈਣੀ ਹੈ, ਜੋ ਵੀ ਕੁਝ ਲੈਣਾ। ਤੇ ਦੂਜੇ ਪਾਸੇ ਇਹ ਤਾਂ ਆਸਾ ਹੈ ਤੇ ਮਨਸਾ ਹੈ ਵੀ ਜਿਹੜੀ ਚੀਜ਼ ਦੇਖੀ ਰਾਹ 'ਚ ਵੇਖਿਆ ਵੀ ਉਹ ਫਲਾਣੇ ਬੰਦੇ ਕੋਲ ਆ ਕੀ ਹੈ, ਇਹ ਚੀਜ਼ ਸੋਹਣੀ ਹੈ, ਮੇਰੇ ਕੋਲ ਵੀ ਹੋਣੀ ਚਾਹੀਦੀ। ਇੰਸਟਾਗ੍ਰਾਮ ਤੇ ਦੇਖ ਲਈ, ਉਹ ਆਹ ਚੀਜ਼ ਹੈ ਮੇਰੇ ਕੋਲ ਵੀ ਹੋਣੀ ਚਾਹੀਦੀ, ਐਡ ਆਈ ਜਾਂਦੀ ਹੈ ਸਾਹਮਣੇ, YouTube ਤੇ ਐਡ ਆ ਗਈ, ਇਹ ਮੇਰੇ ਕੋਲ ਵੀ ਹੋਣੀ ਚਾਹੀਦੀ, ਇਹ ਮੈਂ ਖਰੀਦ ਲਵਾਂ। ਇਉਂ ਮਨਸਾ ਕਰੀ ਜਾਣੀ। ਮਹਾਰਾਜ ਕਹਿੰਦੇ ਦੋਵੇਂ ਚੀਜ਼ਾਂ ਛੱਡ ਦੇ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ। ਸੰਸਾਰ ਤੋਂ ਨਿਰਾਸ਼ ਹੋ ਜਾ, ਬਸ ਇੱਕੋ ਹੀ ਆਸ ਕਰ, ਮਹਾਰਾਜ ਦੀ ਸੇਵਾ ਦੀ ਆਸ, ਦਰਸ਼ਨਾਂ ਦੀ ਆਸ, ਭਗਤੀ ਦੀ ਆਸ, ਨਾਮ ਜਪਣ ਦੀ ਆਸ। ਇਹ ਆਸ ਕਰ ਲੂਗਾ ਉਹਨੂੰ, ਉਹ ਜਿਹੜੇ ਕੰਮ ਕਰੂਗਾ ਨਾ ਫਿਰ ਉਸ ਆਸ ਵਾਸਤੇ, ਸੰਸਾਰੀ ਇੱਛਾ ਛੱਡ ਕੇ, ਉਹਨੂੰ ਕਹਿੰਦੇ ਨਿਸ਼ਕਾਮ ਕਰਮ। ਉਹ ਫਿਰ ਜਦੋਂ ਬਣਨ ਲੱਗ ਜਾਂਦੇ, ਫਿਰ ਜਦੋਂ ਉਹ ਫਲ ਦਿੰਦੇ ਆ ਨਾ, ਅਸਲੀ ਕੰਮ ਉਹ ਬਣਦਾ। ਇਹ ਸਕਾਮ ਕਰਮਾਂ ਦੇ ਫਲ ਨਾਲ, ਕਿਉਂਕਿ ਕਰਮ ਜਿਹੜਾ ਕਰਾਂਗੇ ਉਹਨੇ ਫਲ ਦੇਣਾ। ਜੇ ਕਿਸੇ ਦੇ ਥੱਪੜ ਮਾਰਾਂਗੇ, ਕਿਸੇ ਨਾਲ ਲੜਾ ਝੜਾਂਗੇ, ਉਹ ਮਾੜਾ ਕਰਮ ਹੋ ਗਿਆ, ਪਰ ਲੋਕ 'ਚ ਵੀ ਸਜ਼ਾ ਮਿਲੂਗੀ, ਇੱਥੇ ਵੀ ਲੋਕੀ ਢਾਉਣਗੇ, ਆਪਾਂ ਨੂੰ ਕੁੱਟਣਗੇ, ਤੇ ਇਹ ਮਾੜਾ ਕਰਮ ਹੈ। ਕਿਸੇ ਨਾਲ ਲੜਾਂਗੇ, ਗਾਲਾਂ ਦੇਵਾਂਗੇ, ਕਿਸੇ ਦਾ ਦਿਲ ਦੁਖਾਂਗੇ, ਕਿਸੇ ਦੇ ਪੈਸੇ ਲੁੱਟ ਲਵਾਂਗੇ, ਕਿਸੇ ਨੂੰ ਧਨ ਚੱਕ ਲਵਾਂਗੇ, ਮਾੜਾ ਕਰਮ ਹੈ ਨਾ, ਪਰ ਲੋਕ 'ਚ ਵੀ ਸਜ਼ਾ ਮਿਲੂਗੀ, ਲੋਕ 'ਚ ਵੀ ਮਾੜਾ ਕਰਮ ਹੈ। ਇਹ ਤਾਂ ਮਾੜੇ ਕਰਮ ਹੋ ਗਏ। ਇਹ ਚੰਗੇ ਕਰਮ ਜਿਹੜੇ ਆ ਧਾਰਮਿਕ, ਆਪਾਂ ਬੰਦੇ ਧਾਰਮਿਕ ਹੈ ਤਾਂ ਚੰਗੇ ਕਰਮ ਆਪਾਂ ਕਾਮਨਾ ਸਹਿਤ ਵੀ ਬਾਣੀ ਪੜ੍ਹਦੇ, ਚੰਗਾ ਕੰਮ ਹੈ, ਪਰ ਕਰਮਾਂ ਸਹਿਤ ਇਹਨੂੰ ਸਕਾਮ ਕਰਮ ਕਹਿੰਦੇ। ਇਹ ਸਾਰੀ ਇੱਛਾ ਇਹਦੇ ਨਾਲ ਜੁੜੀ ਹੋਈ ਹੈ। ਤੇ ਫਿਰ ਇੱਕ ਹੈ ਨਿਸ਼ਕਾਮ ਕਰਮ। ਨਿਸ਼ਕਾਮ ਕਰਮ ਹੈ ਵੀ ਇਹ ਇੱਛਾ ਨਹੀਂ, ਮਹਾਰਾਜ ਦੀ ਖੁਸ਼ੀ ਦੀ ਇੱਛਾ ਹੈ, ਗੁਰੂ ਸਾਹਿਬ ਦੀ ਖੁਸ਼ੀ ਲੈਣੀ ਹੈ, ਕੰਮ ਉਹ ਕਰਨਾ ਜੀ ਗੁਰੂ ਸਾਹਿਬ ਦੀ ਖੁਸ਼ੀ ਹੈ, ਇਹਨੂੰ ਕਹਿੰਦੇ ਨਿਸ਼ਕਾਮ ਕਰਮ। ਇਹ ਨਿਸ਼ਕਾਮ ਕਰਮ ਦੇ ਨਾਲ ਫਿਰ ਮੱਥੇ ਦੇ ਭਾਗ ਬਣਦੇ ਆ। ਜਿਹਦੇ ਮੱਥੇ ਦੇ ਭਾਗ ਬਣਦੇ, ਜਿਹੜਾ ਨਿਸ਼ਕਾਮ ਕਰਮ ਕਰਦਾ ਉਹਦੇ ਮੱਥੇ ਦੇ ਭਾਗ ਬਣਦੇ ਆ। ਉਹ ਮੱਥੇ ਦੇ ਭਾਗ ਜਿਹਦੇ ਬਣ ਜਾਂਦੇ ਆ, ਉਹਨੂੰ ਸਾਰੀ ਪ੍ਰਾਪਤੀ ਗੁਰੂ ਸਾਹਿਬ ਕੋਲੋਂ ਹੁੰਦੀ ਹੈ। ਨਹੀਂ ਤਾਂ ਖਾਲੀ ਰਹਿੰਦਾ ਬੰਦਾ, ਕੁਝ ਵੀ ਨਹੀਂ ਮਿਲਦਾ। ਸੰਸਾਰੀ ਚੀਜ਼ਾਂ ਮਿਲ ਜਾਂਦੀਆਂ, ਦੂਸਰੀ ਜੇ ਕਾਮਨਾ ਦੇ ਨਾਲ ਫਿਰ ਕੁਝ ਪ੍ਰਾਪਤ ਨਹੀਂ। ਗੁਰੂ ਸਾਹਿਬ ਕਿਰਪਾ ਕਰਦੇ ਹਨ, ਕਿਸੇ ਤੇ ਕਾਮਨਾ ਉਹਦੀ ਆਪੇ ਹੀ ਮੇਟ ਦੇਣ ਭਗਤੀ ਕਰਨਾ, ਕਿਉਂਕਿ ਭਗਤੀ 'ਚ ਤਾਕਤ ਹੈ। ਤੇ ਭਗਤੀ ਕਰਦੇ ਹੋ ਨਾ, ਤਾਂ ਹੀ ਮੈਂ ਕਿਹਾ ਵੀ ਉਹ ਜਿਹੜੇ ਪਹਿਲੇ 2 ਪ੍ਰਕਾਰ ਦੇ ਬੰਦੇ ਉਹਨਾਂ, ਤੀਜੇ ਪ੍ਰਕਾਰ ਦਾ ਬੰਦਾ ਚੰਗਾ ਹੈ, ਜਿਹੜਾ ਕਾਮਨਾ ਲਈ ਹੀ ਭਗਤੀ ਕਰੀ ਜਾਂਦਾ ਹੈ ਵੀ ਮੇਰੀ ਆਹ ਪਿੱਛੇ ਇੱਛਾ ਪੂਰੀ। ਉਹ ਭਗਤੀ 'ਚ ਫਲ ਏਡਾ, ਭਗਤੀ ਦੀ ਤਾਕਤ ਏਡੀ ਹੈ ਵੀ ਉਹ ਭਗਤੀ ਦਾ ਬਲ ਕਰਕੇ, ਨਾਮ ਦੇ ਬਲ ਕਰਕੇ, ਉਹਦੀ ਪਰ ਕੰਡੀਸ਼ਨ ਹੈ ਕਈ, ਤੇ ਉਹਦੇ ਕਰਕੇ ਉਹ ਜਿਹੜੀ ਕਾਮਨਾ ਹੈ ਉਹ ਇੱਛਾ ਮਿਟ ਜੂਗੀ ਅੰਦਰ, ਤੇ ਉਹ ਆਪੇ ਹੀ ਨਿਸ਼ਕਾਮ ਹੋ ਜਾਊਗਾ। ਇਹ ਉਹਦਾ ਫਾਇਦਾ ਹੋ ਜਾਊਗਾ। ਤੀਜੇ ਵਾਲਾ ਆਪੇ ਚੌਥੇ ਜਾ ਜਾਊਗਾ, ਆਊਗਾ। ਪਹਿਲਾਂ ਆਪਾਂ ਸਾਰੇ ਸਕਾਮ ਚੋਂ ਹੀ ਆਏ ਆ, ਨਿਸ਼ਕਾਮ ਦੇ ਵਿੱਚ ਜਿਹੜਾ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਏ ਆ। ਚਾਹੇ ਜੇ ਆਪਾਂ 10% ਨਿਸ਼ਕਾਮ ਆਏ ਆ, ਜਾਂ ਆਪਾਂ ਜੇ ਕੋਈ 50 ਆ ਗਿਆ ਗੁਰਮੁਖ ਥੋੜੇ ਚੋਂ, 100 ਵਾਲੇ ਵੀ ਬੈਠੇ ਹੋਣਗੇ, ਤੇ ਆਪਾਂ ਜਿੰਨੇ ਵੀ ਆਏ ਆ ਹੌਲੀ ਹੌਲੀ ਸਕਾਮ ਚੋਂ ਹੀ ਆਏ। ਤਾਂ ਪਹਿਲਾਂ ਆਪਾਂ ਸਕਾਮ ਕਰਾਂਗੇ ਤੇ ਫਿਰ ਆਪਾਂ ਨਿਸ਼ਕਾਮ ਜਾਵਾਂਗੇ। ਤੇ ਇੰਨੀ ਬੇਨਤੀ ਹੈ, ਤੇ ਇਹਦੇ ਵਿੱਚ ਆਪ ਜੀ ਨੂੰ ਕੋਈ ਗੱਲ ਨਹੀਂ ਸਮਝ ਲੱਗੀ ਤਾਂ ਦਾਸ ਦੁਬਾਰਾ ਰਿਪੀਟ ਕਰ ਦਿੰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਫਤਿਹ। ਜੀ ਬਸ ਤੁਸੀਂ ਕਹਿ ਰਹੇ ਸੀਗੇ ਪਹਿਲਾਂ, ਤੁਸੀਂ ਕਹਿੰਦੇ 2 ਟਾਈਪਸ ਕਰਮ ਆ, ਹੁਣ 3 ਟਾਈਪਸ। ਇੱਕ ਬੰਦਾ ਨਹੀਂ, ਮੈਂ ਫਿਰ 4 ਬਣਾਤੇ ਸੀ ਗੁਰਪ੍ਰਸਾਦ ਗੱਲ ਕਰਦੇ ਕਰਦੇ ਨਾ, ਫਿਰ ਮੈਨੂੰ ਗੱਲ ਸਮਝ ਆਈ ਵੀ ਨਹੀਂ 4 ਤਰ੍ਹਾਂ ਦੇ ਹੁੰਦੇ ਆ। ਪਹਿਲਾਂ ਮੈਂ 2 ਤੋਂ ਸ਼ੁਰੂ ਕੀਤੀ ਸੀ, ਹਾਂਜੀ ਤੇ ਹਾਂਜੀ। ਫਿਰ ਸੋ ਕਰਕੇ ਤੁਸੀਂ ਮੈਂ ਮੈਨੂੰ ਤੋਂ ਇੰਨਾ ਕੁ 4 ਸਮਝ ਆਈ ਸੀ ਕਿ ਜਿਹੜਾ ਬੰਦਾ ਪਹਿਲਾਂ ਮਹਾਰਾਜ ਵੱਲ ਆਉਂਦਾ ਆ, ਮਹਾਰਾਜ ਮੇਰੀ ਇੱਛਾ ਪੂਰੇ ਕਰੋ, ਫਿਰ ਹੌਲੀ ਹੌਲੀ ਐਟ ਦ ਗੋਲ ਤੇ ਐਂਡ ਦੇ ਉਹ ਪੂਰਾ ਇੱਛਾ ਪਾਸੇ ਤੇ ਹੋ ਕੇ ਇੱਛਾ ਛੱਡ ਕੇ ਫਿਰ ਸਿਰਫ ਭਗਤੀ ਕਰਦੇ, ਭਗਤੀ ਵਾਸਤੇ। ਰਫਲੀ ਇਹ ਆਈਡੀਆ ਸੀਗਾ ਫਿਰ। ਹਾਂਜੀ ਹਾਂਜੀ। ਤਾਂ 4 ਪ੍ਰਕਾਰ ਦੇ ਬੰਦੇ ਹੈ, 2 ਪ੍ਰਕਾਰ ਦੇ ਕਰਮ ਹੈ, ਇੱਕ ਸਕਾਮ ਕਰਮ ਹੈ ਤੇ ਇੱਕ ਨਿਸ਼ਕਾਮ ਕਰਮ ਹੈ। 4 ਪ੍ਰਕਾਰ ਦੇ ਬੰਦੇ ਸੀਗੇ ਵੀ ਜਿਹੜੇ ਅੱਡ ਅੱਡ ਧਾਰਮਿਕ ਕੰਮ ਕਰਦੇ ਹੈ। ਇੱਕ ਤਾਂ ਬੰਦਾ ਨਾਸਤਿਕ ਬੰਦਾ, ਜਿਹੜਾ ਤਾਂ ਸ਼ਰਧਾ ਹੀ ਨਹੀਂ ਰੱਖਦਾ, ਮਹਾਰਾਜ ਗੁਰਦੁਆਰਾ ਸਾਹਿਬ ਆਉਂਦਾ ਹੀ ਨਹੀਂ,
ਉਹਨੂੰ ਪਤਾ ਹੀ ਨਹੀਂ ਵੀ ਗੁਰਦੁਆਰਾ ਸਾਹਿਬ ਆਈਦਾ। ਥੋੜਾ ਰਿਪੀਟ ਕਰ ਦਿੱਤਾ। ਦੂਜੇ ਟ੍ਰਾਈਬ ਦੇ ਉਹ ਬੰਦੇ ਹੈ ਜਿਹੜੇ ਸ਼ਰਧਾ ਤਾਂ ਰੱਖਦੇ ਆ ਵੀ ਗੁਰੂ ਸਾਹਿਬ ਕੋਲ ਆਈਦਾ ਹੈ, ਪਰ ਉਹ ਵੀਜ਼ੇ ਵਾਸਤੇ ਪੀਆਰ ਵਾਸਤੇ ਆ ਜਾਂਦੇ, ਮਹਾਰਾਜ ਮੇਰੀ ਪੀਆਰ ਅੜੀ ਕਰੋ ਜੀ ਪੂਰੀ। ਉਹ ਗੁਰੂ ਸਾਹਿਬ ਕਿਰਪਾ ਕਰਦੇ ਉਹਦੀ ਪੀਆਰ ਆ ਜਾਂਦੀ ਹੈ। ਤਾਂ ਬਾਅਦ ਚੋਂ ਮਹਾਰਾਜ ਦੇ ਕਦੇ ਗੁਰਦੁਆਰੇ ਗੇੜਾ ਨਹੀਂ ਮਾਰਦਾ ਵੀ ਠੀਕ ਹੈ ਚਲੋ ਆਪਣਾ ਕੰਮ ਸਰਿਆ ਹੁਣ ਨਹੀਂ ਹੁੰਦੇ ਆ। ਤੇ ਹੁਣ ਆਪਾਂ ਕਹੀਏ ਉਹੀ ਜਿਹੜਾ ਪਹਿਲਾਂ ਕਰਦੇ ਸੀ ਧੰਦਾ। ਤੇ ਇਹ ਦੂਜੇ ਪ੍ਰਕਾਰ ਦੇ ਆ ਗਏ। ਤੀਜੇ ਪ੍ਰਕਾਰ ਦੇ ਬੰਦੇ ਉਹ ਹੈ ਜਿਹੜੇ ਫਿਰ ਵੀ ਹੋਰ ਇੱਛਾ ਨਵੀਂ ਪ੍ਰਗਟ ਕਰ, ਪੀਆਰ ਹੋ ਗਈ ਹੁਣ ਮਹਾਰਾਜ ਸਾਨੂੰ ਘਰ ਦਵਾਓ, ਤੇ ਫਿਰ ਘਰ ਤੋਂ ਅੱਗੇ ਵੱਧ ਜਾਂਦੇ। ਫਿਰ ਸਾਨੂੰ ਹੁਣ ਨੌਕਰੀ ਮੇਰੀ ਚੰਗੀ ਕਰ ਦਿਓ, ਨੌਕਰੀ ਤੋਂ ਹੁਣ ਮੇਰੇ ਪੁੱਤਰ ਨੂੰ ਵੀ ਬਖਸ਼ਿਸ਼ ਕਰ ਦਿਓ, ਮੇਰਾ ਵਿਆਹ ਹੋ ਜਾਵੇ। ਵਿਆਹ ਹੋ ਗਿਆ, ਫਿਰ ਹੁਣ ਮੇਰੇ ਜਵਾਕ ਹੋ ਜਾਵੇ, ਤੇ ਜਵਾਕ ਹੋ ਗਿਆ ਹੁਣ ਮੇਰਾ ਜਵਾਕ ਦੀ ਸਿਹਤ ਠੀਕ ਰਵੇ, ਤੇ ਫਿਰ ਅੱਗੇ ਇਹ ਸਾਰੇ ਕੰਮ ਕਰਨੇ ਹੈ। ਅੱਛਾ, ਇਹ ਸਾਰੀਆਂ ਅਰਦਾਸਾਂ ਕਰਨੀਆਂ, ਇਹਨਾਂ ਤੋਂ ਭੱਜਣਾ ਨਹੀਂਗਾ। ਤੇ ਪਰ ਇਹਦੇ ਨਾਲ ਨਾਲ ਨਿਸ਼ਕਾਮ ਕਰਮ ਵੀ ਕਰਨੇ ਹੈ। ਇਹ ਦੋਵੇਂ ਇਕੱਠੇ ਹੋ ਜਾਣ ਤਾਂ ਮਾੜੇ ਨਹੀਂ, ਪਰ ਐ ਨਾ ਹੋਵੇ ਵੀ ਇਕੱਲਾ ਇੱਕੋ ਹੀ ਹੋਈ ਜਾਂਦਾ ਹੈ, ਦੂਜਾ ਨਿਸ਼ਕਾਮ ਨਹੀਂ ਹੁੰਦਾ ਕੋਈ। ਕਦੇ ਲੋੜ ਪੈ ਜਾਵੇ ਤਾਂ ਇਹ ਸਾਰੇ ਲਈ ਅਰਦਾਸ ਕਰਨੀ ਹੈ, ਉਹਦੇ ਤੋਂ ਭੱਜਣਾ ਵੀ ਨਹੀਂ। ਕਿਉਂਕਿ ਉਹ ਗੁਰੂ ਸਾਹਿਬ ਇਸ ਤਰ੍ਹਾਂ ਕੋਈ ਹੈ ਨਹੀਂ ਗੇ, ਪੱਥਰ ਨਹੀਂ ਗੇ। ਮਹਾਰਾਜ ਜਾਗਦੇ ਜੋਤ ਹੈ। ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੂੰ ਪਤਾ ਆਪਣੀ ਕੀ ਲੋੜ ਹੈ। ਆਪਾਂ ਕਵਾਂਗੇ ਤਾਂ ਮਹਾਰਾਜ ਦੇ ਦਿੰਦੇ ਆ, ਖੁਸ਼ ਹੁੰਦੇ ਆ। ਤੇ ਆਪਾਂ ਮੰਗ ਲਾਂਗੇ ਜੋ ਚੀਜ਼ ਦੀ ਲੋੜ ਹੈ, ਉਹ ਗੱਲ ਠੀਕ ਹੈ, ਮੰਗ ਸਕਦੇ ਆ। ਪਰ ਇਹਦੇ ਨਾਲ ਨਾਲ ਨਿਸ਼ਕਾਮ ਕਰਮ ਵੀ ਕਰਨੇ ਆ। ਸਾਰੇ ਕੰਮ ਕਾਮਨਾ ਲਈ ਨਹੀਂ ਕਰਨਾ। ਜਦੋਂ ਲੋੜ ਪੈ ਜੇ ਉਦੋਂ ਅਰਦਾਸ ਕਰ ਸਕਦੇ ਆ, ਪਰ ਐ ਨਾ ਹੋਵੇ ਵੀ ਆਪਾਂ ਨਿਸ਼ਕਾਮ ਕਰਮ ਕਰਦੇ ਨਹੀਂ, ਭਗਤੀ ਦੇ ਆਪਾਂ ਇੱਛੇ ਨਹੀਂ ਵੀ ਭਗਤੀ ਵਿਕਾਰ ਮਿਟ ਜਾਣ। ਫਿਰ ਵਿਕਾਰ ਮਿਟਣ ਦੀ ਇੱਛਾ ਵਾਸਤੇ ਭਗਤੀ ਕਰਨੀ ਹੈ ਨਾ, ਇਹ ਵੀ ਮਹਾਂਪੁਰਖ ਕਹਿੰਦੇ ਵੀ ਨਿਸ਼ਕਾਮ ਹੀ ਹੁੰਦੀ ਹੈ। ਗੁਰੂ ਸਾਹਿਬ ਦੇ ਦਰਸ਼ਨਾਂ ਲਈ ਭਗਤੀ ਕਰਨੀ ਹੈ, ਇਹ ਵੀ ਨਿਸ਼ਕਾਮ ਹੀ ਹੁੰਦੀ ਹੈ। ਇਉਂ ਨਹੀਂ ਸੋਚਣਾ ਵੀ ਇਹ ਕੰਮ ਨਾਲ ਹੀ ਭਗਤੀ। ਕੁਛ ਹੋਰ ਕਲੀਅਰ ਹੋਈ ਗੱਲ ਕਿ ਨਹੀਂ ਜੀ? ਇੰਨੀ ਕਿਸੇ ਜੀ ਵੀਰ ਜੀ? ਹਾਂਜੀ, ਦੁਬਾਰਾ ਦੱਸਿਓ, ਸੁਣਿਆ ਨਹੀਂ। ਦੱਸ ਕੀ ਕਹਿੰਦੇ? ਨੇ ਉਹਦੇ ਨਾਲ ਇੱਕ ਸਮਝ ਆ ਗਈ ਸੀਗੀ। ਤੁਸੀਂ ਸ਼ੁਰੂ ਕੀਤੇ ਸੀ 2 ਟਾਈਪਸ, ਫਿਰ ਮੈਂ 4 ਕਿੰਦਾ ਬਣ ਗਏ, ਹੁਣ ਸਮਝ ਆ ਗਈ ਸੀਗੀ। ਹਾਂਜੀ, ਸਾਥ ਪੜੋ ਫਿਰ ਅੱਗੇ ਪੜੋ। पढ़ लो भाई, पढ़ लो पढ़ लो पढ़ लो। ਵਾਹਿਗੁਰੂ ਪਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ। हे ਮਹਾਰਾਜ, ਆਪ ਜੀ ਦੀ ਸਾਧ ਸੰਗਤ ਜੀ ਦੀ ਕਵਨ ਕਿਹੜੀ ਕਿਹੜੀ ਵਡਾਈ ਕਹਿ ਸਕਾ ਭਾਵ ਕਹੀ ਨਹੀਂ ਜਾਂਦੀ, ਕਿਉਂਕਿ ਆਪ ਜੀ ਦੀ ਇਹ ਸ਼ਬਦ ਲਿਖ ਲਿਓ ਐਤਕੀ, ਜਿਹੜਾ ਨਾ ਪਿਛਲੇ ਵੀਕ ਵੇਲਾ ਦੇ 10 ਭੁੱਲ ਗਿਆ ਸੀ। ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ, ਤੇ ਕਰ ਕਿਰਪਾ ਪੁੱਠੇ ਨਾਮ ਦੇ ਨਾਨਕ ਦਰਸਰੀ। ਇਹ ਸ਼ਬਦ ਐਤਕੀ ਕਰ ਲਵਾਂਗੇ ਆਪਾਂ ਅਰਥਾਂ ਦੇ ਸਹਿਤ। ਬੋਰਡ ਤੇ ਲਿਖ ਲਿਓ ਜਿਨ੍ਹਾਂ ਕੋਲ ਵਾਈਟ ਬੋਰਡ ਹੈ, ਜਿਨ੍ਹਾਂ ਕੋਲ ਕਾਪੀ ਹੈ ਕਾਪੀ ਤੇ ਲਿਖ ਲਿਓ। ਜਾਪ ਕਰਨ ਦੀ ਵੀ 2 ਦੁਕਾਨਾਂ ਕੋਸ਼ਿਸ਼ ਕਰਿਓ, ਅਰਥਾਂ ਸਹਿਤ ਵੀ ਪੜ੍ਹਨ ਦੀ ਕੋਸ਼ਿਸ਼ ਕਰਿਓ। ਹਾਂਜੀ, ਪੜ੍ਹੋ ਜੀ। ਭਾਵ ਕਹੀ ਨਹੀਂ ਜਾਂਦੀ, ਕਿਉਂਕਿ ਆਪ ਜੀ ਦੀ ਸਾਧ ਸੰਗਤ ਜੀ ਦੇ ਬੇਅੰਤ ਗੁਣੀਤਾ ਗੁਣ ਹਨ। ਯਥਾ ਸੰਗਤ ਕਾ ਗੁਣ ਬਹੁਤ ਅਧਿਕਾਈ, ਪੜ ਸੁਆ ਗਨਕ ਉਧਾਰੇ, ਕਰ ਕਿਰਪਾ ਮੋਹਿ ਨਾਮ ਦੇਹੁ ਨਾਨਕ ਦਰ ਸਰੀਤਾ। ਜਿਹੜੀ ਤੋਕਾ ਹੈ ਪਿੱਛੇ ਤੁਸੀਂ ਪੜ੍ਹੀ ਹੈ, ਇਹ ਸੰਗਤ ਦਾ ਗੁਣ ਬਹੁਤ ਜ਼ਿਆਦਾ ਹੈ, ਇਹ ਬਹੁਤ ਵੱਡਾ ਹੈ। ਇਹਦਾ ਕਿਸੇ ਨੂੰ ਅਰਥ ਪਤਾ ਹੈ? ਸਾਖੀ ਪਤਾ ਹੈ ਕਿਸੇ ਨੂੰ? ਨਹੀਂ। पढ़ो एक बारी तुक सारी। यथा संगत का गुण बहुत अधिकाई, पड़ सुआ गनक उधारे।
ਕਾਰ ਹਾਂਜੀ ਕਿਰਪਾ ਮੋਹਿ ਇਹਦੀ ਸਾਖੀ ਪਤਾ ਤੁਹਾਨੂੰ, ਅਰਥ ਪਤਾ ਹੈ ਤੁਹਾਨੂੰ? ਨਹੀਂ ਜੀ। ਅੱਛਾ, ਕਿਸੇ ਹੋਰ ਨੂੰ ਪਤਾ ਹੈ ਜੀ? ਖਾਲਸਾ ਜੀ ਦੱਸੋ, ਕਿਸੇ ਨੂੰ ਤਾਂ ਪਤਾ ਹੋਣਾ ਚਾਹੀਦਾ, 3 4 12 13 ਬੰਦੇ। ਚਲੋ ਦਾਸ ਥੋੜਾ ਜਿਹਾ ਹਿੰਟ ਦਿੰਦਾ, ਸਮਝ ਆ ਜੂਗਾ। ਸੂਆ ਕਹਿੰਦੇ ਤੋਤੇ ਨੂੰ, ਤੋਤਾ ਵਰਡ ਸੂਆ। ਦੂਜਾ ਕੀ ਹੈ ਵਰਡ? ਗਨਕ ਗਨਕ ਕਹਿੰਦੇ, ਗਨਿਕਾ ਉਹ ਪੇਸ਼ਵਾ ਦਾ ਨਾਮ ਸੀ ਨਾ, ਗਨਿਕਾ। ਇਹ ਤੋਤੇ ਨੂੰ ਮਹਾਰਾਜ ਮੈਂ ਸੁਣੀ ਹੈ, ਖਾਲਸਾ ਜੀ ਮੈਨੂੰ ਜ਼ਿਆਦਾ ਮੈਂ ਸੁਣੀ ਹੈ ਇਹ। ਹਾਂਜੀ ਦੱਸੋ। ਇਹ ਵੀਰ ਜੀ ਮੈਨੂੰ ਮਤਲਬ ਥੋੜਾ ਚਿਰ ਹੋ ਗਿਆ, ਮੈਨੂੰ ਐਗਜ਼ੈਕਟ ਮੈਨੂੰ ਯਾਦ ਨਹੀਂ ਜੇ ਉਹੀ ਹੋਈ ਤਾਂ ਸਾਖੀ। ਇਸ 'ਚ ਮੈਂ ਸੁਣਿਆ ਸੀਗਾ ਵੀ 2 ਮਿੱਤਰ ਹੁੰਦੇ ਆ ਜੀ, ਇੱਕ ਮਤਲਬ ਰੋਜ਼ ਸਾਧ ਸੰਗਤ ਕਰਨ ਜਾਂਦਾ ਜੀ, ਗੁਰੂ ਮਤਲਬ ਸੰਤਾਂ ਕੋਲੇ ਇਹ ਨਾਲ ਇਹ ਆਪਦਾ ਨਾਮ ਹੋਰ ਸੁਣਨ ਲੱਗਦਾ। ਇਹ this ਹੋ ਰਿਹਾ is ਜੀ? not ਹੋ ਰਿਹਾ। ਇਹ ਅੱਛਾ ਅੱਛਾ ਸਾਖੀ ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ। ਵਾਰੀ ਫਤਿਹ। ਖਾਲਸਾ ਜੀ, ਖਾਲਸਾ ਜੀ ਚਰਨ ਬੰਦਨਾ ਦਾਸ ਵੱਲੋਂ ਬਾਬਾ ਜੀ ਦਾਸ ਦੀ ਆਪ ਸਭ ਨੂੰ ਸ਼ਰਨ ਬੰਦਨਾ ਜੀ। ਬਾਬਾ ਜੀ ਚੜ੍ਹਦੀ ਕਲਾ ਧੰਨ ਭਾਗ। ਬਾਬਾ ਜੀ ਦਾ ਇਹ ਸਾਖੀ ਜਿਹੜੀ ਇਸ ਪ੍ਰਥਾ ਹੈ ਨਾ ਕਿ ਤੋਤੇ ਨੇ ਗਣਕਾ ਵਰਗੇ ਪਾਪਨ ਨੂੰ ਵੀ ਤਾਰ ਦਿੱਤਾ ਸੀ। ਇੱਕ ਪੰਡਿਤ ਕੋ ਤੋਤਾ ਸੀ। ਦਾਸ ਨੂੰ ਇਹ ਪੂਰਾ ਚੇਤਾ ਨਹੀਂ, ਉਹਦਾ ਦਾਸ ਨੇ ਪੜ੍ਹੀ ਹੋਈ ਹੈ ਇਹ ਸਾਖੀ। ਇਹ ਪੰਡਿਤ ਕੋ ਤੋਤਾ ਸੀ ਨਾ, ਜਦੋਂ ਉਹਦੇ ਗਣਕਾ ਦੇ ਦਵਾਰ ਤੇ ਗਿਆ ਤਾਂ ਮੀਂਹ ਪੈਂਦਾ ਸੀ, ਸ਼ਾਇਦ ਦਾਸ ਨੂੰ ਐਗਜ਼ੈਕਟਲੀ ਨਹੀਂ ਪਤਾ, ਤੇ ਪੰਡਿਤ ਉਹਦੇ ਕੋ ਛੱਡ ਗਿਆ ਵੀ ਤੂੰ ਇਹਦੀ ਦੇਖਭਾਲ ਕਰੀ, ਗਣਕਾ ਨੂੰ ਕਹਿ ਗਿਆ ਹਨਾ। ਤੇ ਪੰਡਿਤ ਰਾਮ ਕਰਦਾ ਸੀ, ਤੇ ਗਣਕਾ ਨੇ ਜਦੋਂ ਚੋਗਾ ਪਾਉਣਾ ਹਨਾ ਤੇ ਉਹਨੇ ਰਾਮ ਹੀ ਕਰਦੇ ਰਹਿਣਾ। ਤੇ ਮਹਾਰਾਜ ਕਹਿ ਦਿੰਦੇ ਨੇ ਕਿ ਸੰਗਤ ਭਾਵੇਂ ਜਦੋਂ 2 ਸਰੀਰ ਵੀ ਹੋਣ ਤਾਂ ਵੀ ਗੁਰੂ ਕਿਰਪਾ ਸੰਗਤ ਹੁੰਦੀ ਹੈ ਹਨਾ। ਤੇ ਇਹੀ ਕਾਰਨ ਸੀ ਕਿ ਜਦੋਂ ਗਣਕਾ ਉਹ ਰਾਮ ਨੇ ਸਰਵਣ ਕਰਦੀ ਸੀ ਨਾ, ਉਹਦਾ ਤਨ ਮਨ ਪਵਿੱਤਰ ਹੋ ਜਾਂਦਾ ਸੀ, ਤੇ ਫਿਰ ਉਹਨੇ ਵੀ ਜਪਣਾ ਸ਼ੁਰੂ ਕਰਤਾ। ਤੇ ਮਹਾਰਾਜ ਦੀ ਇੰਨੀ ਕਿਰਪਾ ਵਰਤੀ ਕਿ ਉਹ ਗਣਕਾ ਜਿਹੜੀ ਕਿ ਪਾਪ ਕਮਾਉਂਦੀ ਸੀ, ਉਹ ਸੰਤਨੀ ਬਣ ਗਈ ਇਸੇ ਕਾਰਨ। ਹਾਂਜੀ ਬਿਲਕੁਲ, ਸਾਖੀ ਤਾਂ ਤੁਸੀਂ ਸਹੀ ਸਮਝੀ ਹੈ ਵੀ ਕਿਹੜੀ ਹੈ, ਪਰ ਥੋੜਾ ਜਿਹਾ ਫਰਕ ਰਹਿ ਗਿਆ ਹੈ। ਆ ਤੁਹਾਡੇ ਫੋਨ ਦੇ ਵਿੱਚ ਉਹ ਹਾਂਜੀ ਸਰਚ ਹਾਂਜੀ ਕਰੋ, ਮਹਾਪੁਰਖ ਅਚਾਨ ਚੱਕ ਗਨਕਾ ਵਾੜੇ ਜਾਏ ਖਲੋਤਾ। ਸਤ ਜੀ। ਇਹਦੇ ਵਿੱਚ ਭਾਈ ਗੁਰਦਾਸ ਜੀ ਦੀ ਵਾਰ ਹੈ। ਬੋਲੋ ਪਹੁੰਚ। ਮਹਾਪੁਰਖ ਚਾਣ ਚੱਕ, ਸ਼ਾਇਦ ਚੱਚੇ ਨਾਲ ਖਣੀ ਅਚਾਨ ਚੱਕ। ਅਚਾਨ ਚੱਕ ਪਹਿਲਾਂ ਕਰਕੇ ਵੇਖਿਓ ਐੜੇ। ਮਹਾਪੁਰਖ ਅਚਾਨ ਚੱਕ ਗਨਕਾ ਵਾੜੇ ਜਾਏ ਖਲੋਤਾ। ਲੱਭੀ ਤਾਂ ਹੋਊਗੀ ਨਹੀਂ? ਬਾਬਾ ਜੀ ਅਜੇ ਤੇ ਨਹੀਂ ਦਾਸ ਵਿਖ ਪੈਂਦਾ ਹਾਂਜੀ। ਹੋਰ ਤੁਕ ਪੜਾਂ ਕੋਈ, ਫਿਰ ਉਹ ਲੱਭ ਜੂਗੀ। ਹੱਥੋਂ ਐਨੀਵੇਅਰ ਦੇ ਵਿੱਚ ਸਰਚ ਕਰ ਲਓ ਨਾ, ਹੱਥੋਂ ਉਸ ਨੂੰ ਦਿੱਤੋ ਤੋਤਾ। ਆਹਾ ਊੜਾ ਉਸ ਦਿੱਤੋ ਉਸ ਦਾ ਦੱਦਾ, ਤੋਤੇ ਦਾ ਤੱਤਾ। ਹੋਰ ਤਾਂ ਕਦੇ ਗਈ ਬੈਕੁੰਠ ਬਿਬਾਨ ਚੜ। ਹਾਂਜੀ ਬਾਬਾ ਜੀ ਆ ਗਈ ਜੀ। ਹਾਂਜੀ ਇਹ ਆਰੰਭ ਹੁੰਦੀ ਹੈ ਗਣਿਕਾ ਪੌੜੀ 21ਵੀਂ ਹਨਾ ਭਾਈ ਗੁਰਦਾਸ ਜੀ ਦੀ ਵਾਰਾਂ ਚੋਂ। ਹਾਂਜੀ। ਗਣਿਕਾ ਪਾਪਣ ਹੋਏ ਕਹਿ, ਪਾਪਾਂ ਦਾ ਗਲ ਹਾਰ ਪਰੋਤਾ। ਮਹਾਪੁਰਖ ਅਚਾਨ ਚੱਕ, ਗਣਕਾ ਵਾੜੇ ਆਏ ਖਲੋਤਾ।
ਹਾਂਜੀ ਦੁਰਮਤ ਉਹਦਾ ਦੇਖ ਦਇਆਲ ਹੋਏ, ਹੱਥੋਂ ਇਹਨਾਂ ਉਸਨੂੰ ਜਿਤੋਣ ਤੋਤਾ। ਹਾਂਜੀ। ਦੱਸਦੇ ਆ ਨਾ ਵੀ ਗਨਿਕਾ ਪਾਪਣ ਸੀਗੀ, ਬਹੁਤ ਜ਼ਿਆਦਾ ਪਾਪ ਕੀਤੇ ਸੀਗੇ ਤੇ ਇੰਨੇ ਪਾਪ ਕੀਤੇ ਸੀ ਵੀ ਸਮਝ ਲਓ ਵੀ ਉਹ ਗਨਿਕਾ ਦਾ ਅਰਥ ਹੁੰਦਾ ਗਨ ਦਾ ਮਤਲਬ ਬਹੁਤਾ, ਤੇ ਹਾਂਜੀ। ਕਾ ਦਾ ਹੁੰਦਾ ਜਿਹਦੇ ਨਾਲ ਬਹੁਤੇ ਬੰਦਿਆਂ ਦਾ ਸੰਬੰਧ ਹੋਵੇ। ਵੇਸ਼ਵਾ ਸੀਗੀ, ਪ੍ਰੋਸਟੀਟਿਊਟ, ਤੇ ਹਾਂਜੀ। ਉਹਨਾਂ ਦਾ ਪਾਪਾਂ ਦਾ ਹਾਰ ਹੀ ਪਰੋਲਿਆ ਸੀਗਾ। ਜਨਮਾਂ ਦੇ ਪਾਪ ਬਈ ਇੰਨੇ ਇਕੱਠੇ ਹੋ ਗਏ ਸੀ ਵੀ ਕਿੰਨੇ ਕੁ ਪਾਪ ਕੀਤੇ ਐਤਕੀ ਜਨਮ ਦੇ। ਅਸਲ 'ਚ ਗੱਲ ਕੀ ਹੋਈ ਸੀਗੀ, ਇਹਨਾਂ ਦੀ ਨਾ ਭਗਤੀ ਬਹੁਤ ਜ਼ਿਆਦਾ ਸੀਗੀ ਪਿਛਲੇ ਜਨਮ ਦੇ ਵਿੱਚ, ਤੇ ਇੰਨੀ ਜ਼ਿਆਦਾ ਭਗਤੀ ਸੀਗੀ ਤੇ ਇਹਨਾਂ ਨੇ ਨਾ ਸਾਰੀ ਉਮਰ ਸ਼ਾਦੀ ਨਹੀਂ ਕਰਾਈ ਸੀ ਤੇ ਕਿਸੇ ਮਰਦ ਦੇ ਨਾਲ ਹੱਥ ਨਹੀਂ ਛੁਹਾਇਆ ਸੀਗਾ। ਤੇ ਉਦੋਂ ਅਖੀਰਲੀ ਉਮਰ ਦੇ ਵਿੱਚ ਜੋ ਇਹਨਾਂ ਦਾ ਸਰੀਰ ਥੋੜਾ ਜਿਹਾ, ਜਦੋਂ ਸਮਾਂ ਆਇਆ ਸਰੀਰ ਦਾ ਛੱਡਣ ਦਾ, ਤੇ ਸਰੀਰ ਢਿੱਲਾ ਹੋ ਗਿਆ ਤੇ ਵੈਦ ਆਇਆ ਕੋਈ ਇਲਾਜ ਵਾਸਤੇ। ਹਾਂਜੀ। ਤੇ ਵੈਦ ਨੇ ਆ ਕੇ ਬਾਹ ਫੜੀ ਤਾਂ ਜਦੋਂ ਨਬਜ਼ ਦੇਖਣ ਵਾਸਤੇ, ਤੇ ਉਹਨੇ ਨਬਜ਼ ਫੜ ਦੇਖਣੇ ਕਰਕੇ ਤੇ ਇਹਨਾਂ ਦੇ ਨਾ ਵਿਕਾਰ ਦਾ ਫੁਰਨਾ ਆ ਗਿਆ ਚਿੱਤ ਦੇ ਵਿੱਚ, ਤੇ ਉਹ ਵਿਕਾਰ ਦਾ ਫੁਰਨਾ ਆਉਣ ਕਰਕੇ ਤੇ ਫਿਰ ਅਗਲਾ ਜਨਮ ਜਿਹੜਾ ਨਾ ਉਹ ਵਾਸਨਾ ਉਧਰ ਰਹਿ ਗਈ। ਤਾਂ ਭਗਤੀ ਤਾਂ ਬਹੁਤ ਸੀਗੀ, ਵਾਸਨਾ ਰਹਿਣੇ ਕਰਕੇ ਤੇ ਗਨਿਕਾ ਦੀ ਜੂਨ ਮਿਲ ਗਈ। ਜਿਵੇਂ ਮਹਾਰਾਜ ਬਚਨ ਲਿਖਿਆ ਨਾ, ਅੰਤੇ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮਹਿ ਜੇ ਨਾ ਮਰੈ, ਮਹਿ ਜਿੰਦਰ ਹੈ। ਹਾਂਜੀ। ਬੇਸਵਾ ਜੋਨੇ ਵਾਲੇ ਉਹ ਪਰ ਵੱਲ ਬਚਨ ਫਿਰ ਅਵਤਰ। ਉਹ ਸੱਚਾ ਹੋ ਗਿਆ ਵੀ ਬੇਸਵਾ ਦੀ ਜੋਨੀ ਚ ਪੈਣਾ ਪੈ ਗਿਆ। ਤੇ ਫਿਰ ਜਦੋਂ ਵੇਸ਼ਵਾ ਦੀ ਜੂਨੀ ਦੇ ਵਿੱਚ ਆਏ ਹੈ ਨਾ, ਤਾਂ ਉਦੋਂ ਫਿਰ ਸਾਰੀ ਉਮਰ ਫਿਰ ਵੇਸ਼ਵਾ ਵਾਲਾ ਕੰਮ ਹੀ ਕੀਤਾ ਸੀਗਾ। ਤੇ ਫਿਰ ਉਹਦਾ ਵਚਨ ਲਿਖਿਆ ਵੀ ਮਹਾਂਪੁਰਖ ਇੱਕ ਅਚਾਨਚਕ ਮੀਂਹ ਪੈਂਦਾ ਸੀਗਾ, ਤੇ ਮਹਾਂਪੁਰਖ ਅਚਾਨਚਕ ਉੱਥੇ ਜਾ ਕੇ ਨਾ ਇਹਨਾਂ ਦਾ ਜਿੱਥੇ ਜਗ੍ਹਾ ਸੀਗੀ ਜਿੱਥੇ ਆਪਦਾ ਕੰਮ ਹਾਂਜੀ। ਕਰਦੇ ਸੀ, ਉੱਥੇ ਖੜੇ ਹੋ ਗਏ। ਉਹ ਕਹਿਣ ਲੱਗੇ ਵੀ ਮੀਂਹ ਪੈਂਦਾ ਸੀ ਬਾਹਰ, ਵੀ ਇਹਨਾਂ ਨੇ ਗੇਟ ਖੋਲਿਆ, ਇਹਨਾਂ ਨੇ ਸੋਚਿਆ ਵੀ ਕੋਈ ਮੇਰਾ ਗ੍ਰਾਹਕ ਆਇਆ, ਕੋਈ ਕਸਟਮਰ ਆਇਆ। ਤਾਂ ਕਹਿਣ ਲੱਗੇ ਕਿ ਬੇਟਾ ਵੀ ਮੈਂ ਰਾਤ ਕੱਟਣੀ ਹੈ ਇੱਥੇ, ਤੇ ਬਾਹਰ ਮੀਂਹ ਬੜਾ ਪੈਂਦਾ ਹੈ। ਤੇ ਹਾਂਜੀ। ਇਹਨਾਂ ਦਾ ਬਚਨ ਸੁਣ ਕੇ ਬਸ ਅੰਦਰ ਮਹਾਂਪੁਰਖਾਂ ਦੇ, ਤਾਂ ਮਹਾਂਪੁਰਖ ਹੋਈ ਵੀ ਜਿਹਦੇ ਬਚਨਾਂ 'ਚ ਹੀ ਗੱਲ ਹੋਵੇ, ਹਨਾ, ਬਚਨ ਹੀ ਮਨ ਨੂੰ ਥੰਮਣ ਵਾਲਾ। ਤੇ ਮਹਾਂਪੁਰਖ ਦਾ ਹੈ ਹੀ ਉਹ ਬਚਨਾਂ 'ਚ ਹੀ ਗੱਲ ਹੁੰਦੀ ਹੈ, ਬਚਨਾਂ 'ਚ ਹੀ ਅਸਰ ਹੁੰਦਾ। ਕਰਮਖੰਡ ਕੀ ਬਾਣੀ ਜ਼ੋਰ, ਬਾਣੀ ਬਚਨ ਹੀ ਜਿਹੜਾ ਜ਼ੋਰ ਰੱਖਦਾ ਹੁੰਦਾ, ਪਾਵਰ ਰੱਖਦਾ ਹੁੰਦਾ। ਹੁਣ ਅੱਜ ਵੇਖ ਲਓ ਸੰਤ ਗਿਆਨੀ ਜਰਨੈਲ ਸਿੰਘ ਜੀ ਦੀ ਅੱਜ ਲੋਕੀ ਸਪੀਚ ਸੁਣਦੇ ਹੈ, ਤੇ ਅੱਜ ਅੰਦਰੋਂ ਕੰਬ ਜਾਂਦਾ, ਅੰਦਰ ਕੰਬ ਜਾਂਦਾ ਹੈ। ਇੰਨਾ ਕਮਜ਼ੋਰ ਤੋਂ ਕਮਜ਼ੋਰ ਬੰਦੇ ਤੇ ਅਸਰ ਹੁੰਦਾ, ਤੇ ਉਹ ਕਿਉਂਕਿ ਮਹਾਂਪੁਰਖਾਂ ਦੀ ਬਾਣੀ 'ਚ ਜ਼ੋਰ ਹੁੰਦਾ ਹੈ। ਸਭ ਵੱਡੇ ਸੰਤਾਂ ਦੀ ਕਥਾ ਸੁਣ ਲਓ, ਜਿਹੜਾ ਮਨ ਜਿੱਡਾ ਮਰਜੀ ਢਹਿੰਦੀ ਕਲਾ 'ਚ ਹੋਵੇ, ਚੜ੍ਹਦੀ ਕਲਾ 'ਚ ਹੋ ਜਾਂਦਾ। ਉਹ ਮਹਾਂਪੁਰਖਾਂ ਦੀ ਬਾਣੀ 'ਚ ਜ਼ੋਰ ਹੁੰਦਾ। ਤੇ ਉਹ ਕਹਿਣ ਜਦੋਂ ਮਹਾਂਪੁਰਖਾਂ ਨੇ ਬਚਨ ਕਹੇ ਨਾ ਜਾ ਕੇ, ਤਾਂ ਉਹ ਇਹਦਾ ਮਨ ਜਿਹੜਾ ਵਿਕਾਰ ਸਾਰੇ ਨਾਸ ਹੀ ਕਰਤੇ। ਤੇ ਫਿਰ ਜਦੋਂ ਜੇ ਵੇਖਿਆ ਵੀ ਇਹ ਤਾਂ ਆਹ ਕੰਮ ਕਰਦੀ ਹੈ, ਤਾਂ ਬਚਨ ਲਿਖਿਆ ਵੀ ਦੁਰਮਤ ਦੇਖ ਦਇਆਲ ਹੋਏ। ਤਾਂ ਫਿਰ ਉਹਨੂੰ ਕਹਿੰਦੇ ਵੀ ਜੋ ਜਾਣ ਦਾ ਸਮਾਂ ਆ ਗਿਆ, ਵੀ ਅਗਲੇ ਦਿਨ ਜਾਣਾ ਹੈ। ਭਜਨ ਬੰਦਗੀ ਹੋਈ, ਉੱਥੇ ਬਚਨ ਹੋਏ ਨਾਲ। ਫਿਰ ਇਹਨਾਂ ਨੂੰ ਕਹਿੰਦੇ ਵੀ ਚਰਨ ਫੜ ਲਏ ਗਨਿਕਾ ਨੇ, ਕਹਿੰਦੀ ਬਾਬਾ ਜੀ ਵੀ ਤੁਸੀਂ ਤਾਂ ਚੱਲੇ ਹੋ, ਤੇ ਮੈਨੂੰ ਤਾਂ ਅੱਜ ਵਰਗਾ ਟਿਕਾ ਕਦੇ ਹਾਸਲ ਹੀ ਨਹੀਂ ਹੋਇਆ ਸੀ। ਸਾਰੀ ਉਮਰ ਮੈਂ ਵਿਕਾਰ ਭੋਗਦੀ ਸੀਗੀ, ਤੇ ਆਪ ਜੀ ਦੇ ਜਾਣ ਤੋਂ ਬਾਅਦ ਮੇਰਾ ਕੀ ਬਣੂਗਾ। ਤੇ ਮਹਾਂਪੁਰਖ ਕਹਿਣ ਲੱਗੇ ਵੀ ਕੋਈ ਨਹੀਂ, ਆ ਹੱਥੋਂ ਉਸਨੂੰ ਦਿੱਤੋ ਉਸ ਤੋਤਾ, ਵੀ ਆ ਤੋਤਾ ਦੇਤਾ ਹੈ। ਇਹ ਸਭ ਤੋਤਾ ਸਾਡੀ ਸੰਗਤ ਕਰਦਾ ਰਿਹਾ ਹੈ, ਤੇ ਇਹਨੂੰ ਸੁਭਾਅ ਪੈ ਗਿਆ ਵੀ ਤੋਤੇ ਦਾ ਸੁਭਾਅ ਹੁੰਦਾ ਵੀ ਜਿਹੜੀ ਚੀਜ਼ ਸੁਣਦਾ ਰਹੇ ਤੇ ਉਹ ਰਿਪੀਟ ਕਰਨ ਲੱਗ ਜਾਂਦਾ ਹੈ। ਤਾਂ ਉਹ ਰਾਮ ਰਾਮ ਜਪਣਾ ਉਹਨੂੰ ਆਦਤ ਪੈ ਗਈ ਸੀ, ਉਹ ਪਿੱਛੇ ਰਿਪੀਟ ਕਰਦਾ ਹੈ। ਕਹਿੰਦੇ ਇਹਦੇ ਪਿੱਛੇ ਪਿੱਛੇ ਜਪੀ ਜਾਈ। ਤਾਂ ਉਹ ਬਚਨ ਕਹਿਤਾ ਤੇ ਉਹਦੇ ਪਿੱਛੇ ਪਿੱਛੇ ਫਿਰ ਜਪਣ ਲੱਗ ਗਈ। ਅੱਗੇ ਕੀ ਹੈ ਪੌੜੀ ਦੇ ਤੁਕ ਪੜੋਗੇ? ਹਾਂਜੀ ਬਾਬਾ ਜੀ। ਬਾਬਾ ਜੀ ਕਿੱਥੋਂ ਕਹਿ ਰਹੇ ਹੋ ਆਪ ਜੀ? ਜਿੱਥੋਂ ਤੁਸੀਂ ਪੌੜੀ ਪੜ੍ਹੀ ਸੀ ਨਾ, 3 ਤੁਕਾਂ ਪੜ੍ਹੀਆਂ ਸੀਗੀਆਂ, ਉਦੋਂ ਹਾਂਜੀ। ਬਾਅਦ ਚੋਂ ਹਾਂਜੀ। ਅੱਗੇ ਰਾਮ ਨਾਮ ਉਪਦੇਸ਼ ਕਰ, ਖੇਲ ਗਿਆ ਦੇ ਵਣਜ ਸੋਤਾ। ਲਿਵ ਲੱਗੀ ਤਿਸ ਤੋਤਿਅਹੁ, ਨਿਤ ਪੜਾਏ ਕਰੈ ਅਸੋਤਾ। ਪਤਿਤ ਉਦਾਹਰਣ ਰਾਮ ਨਾਮ, ਦੁਰਮਤ ਪਾਪ ਕਲੇਵਰ ਧੋਤਾ। ਅੰਤ ਕਲੇਵਰ ਕਾਲ। ਕਹਿੰਦੇ, ਕਲੇਵਰ ਕਹਿੰਦੇ ਸਰੀਰ ਨੂੰ। ਉਹ ਸਰੀਰ ਹਾਂਜੀ। ਕਰਕੇ ਜਿੰਨੇ ਪਾਪ ਕੀਤੇ ਸੀ ਨਾ, ਸਾਰੇ ਧੋਤੇ ਗਏ। ਤੋਤੇ ਦੇ ਰਾਮ ਨਾਮ ਜਪਣੇ ਕਰਕੇ ਲਿਵ ਲੱਗ ਗਈ, ਉਹ ਸੁਰਤ ਜੋੜਨ ਲੱਗ ਗਈ ਉਹਦੀ। ਨਿੱਤ ਤੋਤੇ ਨੂੰ ਪੜਾਉਂਦੀ ਸੀ, ਤੋਤੇ ਨੂੰ ਕਹਿੰਦੀ ਸੀ ਬੋਲ ਰਾਮ ਰਾਮ ਰਾਮ, ਤੋਤਾ ਪਿੱਛੇ ਪਿੱਛੇ ਬੋਲਦਾ ਸੀ। ਉਹਨੂੰ ਪੜਾਉਂਦੇ ਪੜਾਉਂਦੇ ਲਿਵ ਲੱਗ ਗਈ ਇਹਦੀ। ਤੇ ਉਹ ਰਾਮ ਨਾਮ ਦੀ ਐਸੀ ਬਰਕਤ ਸੀ ਵੀ ਜਿੰਨੇ ਪਾਪ ਕੀਤੇ ਸੀ, ਮਹਾਰਾਜ ਦੇ ਨਾਮ ਦੀ ਏਡੀ ਤਾਕਤ ਹੈ, ਸਾਰੇ ਪਾਪ ਮਿਟ ਗਏ।
ਤੇ ਫਿਰ ਕਿਹੜੀ ਬਖਸ਼ਿਸ਼ ਹੋਈ ਉਹ ਕਹਿੰਦੇ ਅੱਗੇ ਦੱਸਦੇ। ਹਾਂਜੀ। ਅੰਤ ਕਾਲ ਜਮ ਜਾਲ ਤੋੜੇ, ਨਰਕੈ ਵਿੱਚ ਨਾ ਖਾਦ ਸੋ ਗੋਤਾ। ਗਈ ਬੈਕੁੰਠ ਬਿਬਾਨ ਚਾੜੇ, ਨਾਉ ਰਸਾਇਣ ਛੋਤ ਅਛੋਤਾ। ਥਾਉ ਨਿਥਾਵੇਂ ਮਾਣ ਮਨੋਤਾ। ਅੰਤਕਾਲ ਫਿਰ ਜਮਾਂ ਦੇ ਵਸ ਨਹੀਂ ਪਈ ਨਾ ਹੀ ਨਰਕ ਦੇ ਵਿੱਚ ਗੋਤਾ ਖਾਦਾ, ਨਰਕ 'ਚ ਨਹੀਂ ਡਿੱਗੀ। ਤੇ ਗਏ ਬੈਕੁੰਠ ਬਿਬਾਨ ਚੜ, ਜਹਾਜ਼ ਆਇਆ ਸੱਚਖੰਡ ਤੋਂ। ਤੇ ਜਹਾਜ਼ ਸੱਚਖੰਡ ਤੋਂ ਜਹਾਜ਼ ਦੇ ਵਿੱਚ, ਬਿਬਾਨ ਕਹਿੰਦੇ ਜਹਾਜ਼ ਨੂੰ, ਜਹਾਜ਼ ਦੇ ਵਿੱਚ ਪਲੇਨ ਦੇ ਵਿੱਚ ਬੈਠ ਕੇ ਤੇ ਫਿਰ ਸੱਚਖੰਡ ਨੂੰ ਗਈ। ਇਉਂ ਐਡੀ ਬਖਸ਼ਿਸ਼ ਹੋਈ ਹੈ। ਸੱਚਖੰਡ ਨੂੰ ਜਾਣ ਵਾਸਤੇ ਬੈਕੁੰਠ ਤੋਂ ਜਹਾਜ਼ ਆਉਂਦੇ ਆ। ਗਈ ਬੈਕੁੰਠ ਸੱਚਖੰਡ ਨੂੰ ਕਹਿੰਦੇ। ਗਈ ਬੈਕੁੰਠ ਬਿਬਾਨ ਚੜ, ਨਾਉ ਨਰਾਇਣ ਛੋ ਤੇ ਛੋਤਾ। ਥਾਉ ਨਿਥਾਵੇ ਮਾਣ ਮਨੋਤਾ। ਐਸੀ ਬਖਸ਼ਿਸ਼ ਮਹਾਰਾਜ ਦੇ ਨਾਮ ਦੀ ਹੈ ਵੱਡੀ। ਤਾਂ ਇਹ ਤੁਕ ਦੇ ਵਿੱਚ ਇਹ ਇੱਕ ਸਾਖੀ ਮਹਾਰਾਜ ਨੇ ਇੱਥੇ ਰੱਖੀ ਵੀ ਹੈ ਵੀ ਉਹ ਜਿਹੜੀ ਤੋਤੇ ਨੂੰ ਪੜ੍ਹਾਉਣ ਦੀ ਸੀ, ਵੀ ਇੱਕੋ ਤੋਤੇ ਨੂੰ ਪੜ੍ਹਾਉਣ ਦੀ ਸੰਗਤ ਦੇ ਕਰਕੇ ਹੀ ਇੰਨੀ ਵੱਡੀ ਬਖਸ਼ਿਸ਼ ਹੋ ਗਈ ਵੀ ਜਨਮਾਂ ਦੇ ਪਾਪ ਜਿਹੜੇ ਕੀਤੇ ਸੀਗੇ ਨਾ, ਸਾਰੀ ਉੱਪਰ ਦੇ ਕਿੰਨੇ ਪਾਪ ਕੀਤੇ, ਬੇਸਬਾਰ ਨਾਲ ਤਾਂ ਵੱਡਾ ਕੋਈ ਪਾਪ ਨਹੀਂ ਕਰ ਸਕਦਾ। ਤੇ ਇੱਕ ਵਾਰੀ ਕੋਈ ਕੁਸੰਗਤ ਹੋ ਜੇ, ਪਰਾਏ ਸਰੀਰ ਦੀ ਸੰਗਤ ਹੋ ਜੇ, ਤਾਂ ਉਹ ਏਡਾ ਵੱਡਾ ਪਾਪ ਹੈ ਜਿਹਨੇ ਸਾਰੀ ਉਮਰ ਹੀ ਪਰਾਏ ਸਰੀਰਾਂ ਦੀ ਸੰਗਤ ਕਰਨੀ। ਉਹਦਾ ਕਿੱਡੇ ਕੁ ਵੱਡੇ ਪਾਪ ਹੋਣਗੇ। ਇਤਨੀਆਂ ਬੇਨਤੀਆਂ ਆਪ ਜੀ ਪ੍ਰਵਾਨ ਕਰਿਓ। ਆ ਸ਼ਬਦ ਆਪਾਂ ਪੂਰਾ ਕਰ ਲਈਏ, ਜਿਹੜਾ ਭੈਣ ਜੀ ਪੜ੍ਹੀ ਜਾਂਦੇ ਸੀ। ਭੈਣ ਜੀ ਤੁਸੀਂ ਕਰ ਲਵੋ ਪੂਰਾ, ਤੇ ਫਿਰ ਆਪਾਂ ਅਗਲੇ ਹਫਤੇ ਮਿਲਦੇ ਹਾਂ ਜੀ। ਇਹ ਸ਼ਬਦ ਕਾਪੀਆਂ ਤੇ ਲਿਖ ਲਿਓ ਜੀ, ਬੋਰਡ ਤੇ ਵੀ ਲਿਖ ਲਿਓ। ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ, ਅਰਥਾਂ ਸਹਿਤ ਲਿਖ ਲਿਓ ਤੇ ਪੜ੍ਹਿਓ ਜ਼ਰੂਰ। ਜਿਹੜਾ ਘਰ ਕੀ ਸੀਗਾ, ਜਿਹੜਾ ਤੂੰ ਪਹਿਲਾ ਵਾਲਾ ਸ਼ਬਦ ਸੀਗਾ, ਨਾਨਕ ਦਰ ਸਰੀਤਾ ਵਾਲਾ। ਹਾਂਜੀ, ਪੜ੍ਹ ਲਓ ਭੈਣ ਜੀ, ਕਰ ਲਓ ਪੂਰਾ। ਵਾਹਿਗੁਰੂ ਨਾਨਕ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਫੁਰਮਾਉਂਦੇ ਹਨ, ਹੇ ਸੱਚੇ ਸਤਿਗੁਰੂ ਰਾਮਦਾਸ ਸਾਹਿਬ ਜੀ, ਦਾਸਨ ਦਾਸੀ ਆਪ ਜੀ ਦੇ ਸਾਧ ਸੰਗਤ ਰੂਪੀ ਦਰ ਦੀ ਸਰਿਤਾ ਗੋਲੀ ਹੈ। ਮੋਹਿ ਦਾਸਨ ਦਾਸੀ ਨੂੰ ਗੋਲੀ ਜਾਣ ਕੇ ਕਿਰਪਾ ਕਰਕੇ ਆਪਣਾ ਨਾਮ ਦੇਹ ਬਖਸ਼ੋ ਜੀ। ਠੀਕ ਹੈ ਜੀ, ਮਹਾਰਾਜ ਦੀ ਕਿਰਪਾ ਹੋਈ ਹੈ ਤੇ ਸਮਾਂ ਸਫਲਾ ਹੋ ਗਿਆ। ਤੇ ਆਪ ਜੀ ਇਹ ਸਾਰੇ ਸ਼ਬਦ ਵੀ ਲਿਖਿਓ, ਤੇ ਕਿਸੇ ਪ੍ਰੇਮੀ ਨੂੰ ਕੋਈ ਸਵਾਲ ਹੈ ਉਹ ਕਰ ਲਵੋ, ਤੇ ਫਿਰ ਆਪਣੀ ਫਤਿਹ ਬੁਲਾਈ। ਜਾਂ ਕਿਸੇ ਦਾ ਕੀਮਤੀ ਬਚਨ ਕੋਈ ਰਹਿ ਗਿਆ ਤਾਂ ਵੀ ਦੱਸੋ। ਚਲੋ ਜੀ, ਚੜ੍ਹਦੀ ਕਲਾ। ਫਿਰ ਕਵਨ ਵਡਾਈ ਕਹਿ ਸਕਾਓ, ਬੇਅੰਤ ਗੁਨੀਤਾ, ਕਾਰਿ ਕਿਰਪਾ ਮੋਹਿ ਨਾਮ ਦੇਹੋ, ਨਾਨਕ ਦਰ ਸਰੀਤਾ। ਕਰ ਲਿਓ ਸਾਰੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।